ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਮੁੱਦੇ, ਕੁਝ ਮਾਮਲੇ, ਕੁਝ ਖਬਰਾਂ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਜਿਨ੍ਹਾਂ ਦੇ ਬਾਰੇ ਕੈਨੇਡਾ ਦੇ ਵਿੱਚ ਸਾਰਾ ਦਿਨ ਗੱਲਬਾਤ ਚੱਲਦੀ ਰਹੀ ਆ। ਬ੍ਰਿਟਿਸ਼ ਕੋਲੰਬੀਆ ਦਾ ਅਗਲਾ ਪ੍ਰੀਮੀਅਰ ਕੌਣ ਹੋਊਗਾ? ਜੌਨ ਹੌਰਗਨ ਰਾਜਨੀਤੀ ਛੱਡ ਰਹੇ ਆ। ਆਪਾਂ ਕੁਝ ਦਿਨ ਪਹਿਲਾਂ ਗੱਲਬਾਤ ਕੀਤੀ ਸੀ। ਸਵਾਲ ਹੁਣ ਬਹੁਤ ਵੱਡਾ ਆ, ਲੋਕ ਅੰਦਾਜ਼ੇ ਲਾ ਰਹੇ ਕਿ ਅਗਲਾ ਪ੍ਰੀਮੀਅਰ ਕੌਣ ਹੋਊਗਾ। ਇਹਦੇ ਬਾਰੇ ਗੱਲਬਾਤ ਕਰਾਂਗੇ। RCMP ਵੱਲੋਂ ਗਰਮੀਆਂ ਦੇ ਵਿੱਚ ਸੁਰੱਖਿਆ ਦੇ ਲਈ ਕੁਝ ਹਦਾਇਤਾਂ ਦਿੱਤੀਆਂ ਗਈਆਂ ਕਿ ਕਿਹਨਾਂ ਗੱਲਾਂ ਦਾ ਖਿਆਲ ਰੱਖਿਆ ਜਾਵੇ ਤਾਂ ਕਿ ਚੋਰੀ ਚਕਾਰੀ ਤੋਂ ਬਚਿਆ ਜਾ ਸਕਦਾ। BC ਫੈਰੀਜ਼ ਇੱਕ ਵਾਰੀ ਫਿਰ ਕੈਂਸਲ ਹੋ ਗਈਆਂ। ਸ਼ਾਇਦ ਹੀ ਇੱਕ ਅੱਧਾ ਦਿਨ ਛੱਡ ਕੇ ਕੋਈ ਇੱਦਾਂ ਦਾ ਹੁੰਦਾ ਜਦੋਂ ਅਸੀਂ ਇਹ ਖਬਰ ਸਾਂਝੀ ਨਹੀਂ ਕਰਦੇ ਕਿ BC ਫੈਰੀਜ਼ ਫਲਾਣੇ ਥਾਂ ਤੋਂ ਫਲਾਣੇ ਜਾਣ ਵਾਲੀਆਂ ਕੈਂਸਲ ਹੋ ਗਈਆਂ। ਮਾਮਲਾ ਕੀ ਆ ਇਹ ਸਾਂਝਾ ਕਰਾਂਗੇ। ਫੂਡ ਪੈਕਟਾਂ ਦੇ ਉੱਤੇ ਜਿਹੜਾ ਬਹੁਤ ਕੁਝ ਇਨਫੋਰਮੇਸ਼ਨ ਹੁੰਦੀ ਆ, ਹੁਣ ਹੋਰ 2026 ਤੋਂ ਹੋਰ ਇਨਫੋਰਮੇਸ਼ਨ ਦਿੱਤੀ ਜਾਇਆ ਕਰੂਗੀ ਕਿ ਇਹਦੇ 'ਚ ਇੰਨੀ ਸੈਚੂਰੇਟਡ ਫੈਟ ਆ ਅਤੇ ਇੰਨੀ ਇਹਦੇ 'ਚ ਸ਼ੂਗਰ ਆ। ਇਹ ਕੀ ਮਾਮਲਾ ਆ, ਇਹਦੀ ਆਲੋਚਨਾ ਵੀ ਹੋ ਰਹੀ ਹੈ। ਇਹਦੇ ਬਾਰੇ ਗੱਲਬਾਤ ਕਰਾਂਗੇ। ਕੋਵਿਡ ਦੀ ਗੱਲਬਾਤ ਆਪਾਂ ਕੀਤੇ ਨੂੰ ਬਹੁਤ ਚਿਰ ਹੋ ਗਿਆ ਅਤੇ ਅੱਜ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਬਿਆਨ ਆ ਗਿਆ ਵੀ ਕੋਵਿਡ ਫੇਰ ਵਧਣ ਲੱਗ ਪਿਆ। ਕਿੱਥੇ ਕਿੱਥੇ ਵੱਧ ਰਿਹਾ, ਕੀ ਗੱਲਬਾਤ ਆ, ਇਹ ਖਬਰ ਸਾਂਝੀ ਕਰਾਂਗੇ। ਥੋੜ੍ਹੇ ਦਿਨ ਪਹਿਲਾਂ ਆਪਾਂ ਗੱਲਬਾਤ ਕੀਤੀ ਸੀ ਕਿ ਏਅਰਲਾਈਨਾਂ ਦੀ ਬੁਰੀ ਹਾਲਤ ਆ, ਕਿਸੇ ਲੋਕਾਂ ਨੂੰ ਸਮਾਨ ਨਹੀਂ ਲੱਭ ਰਿਹਾ ਅਤੇ ਕਈ ਫਲਾਈਟਾਂ ਲੇਟ ਹੋ ਰਹੀਆਂ। ਏਅਰ ਕੈਨੇਡਾ ਕਹਿੰਦੇ ਵੀ ਸਾਡੇ ਵੱਸ 'ਚ ਨਹੀਂ ਆ ਹੁਣ ਇਸੇ ਤਰ੍ਹਾਂ ਫਲਾਈਟਾਂ ਚਲਾਉਣੀਆਂ, ਸਟਾਫ ਸਾਡੇ ਕੋਲ ਹੈ ਨਹੀਂਗਾ ਅਤੇ ਇਸ ਕਰਕੇ ਅਸੀਂ ਫਲਾਈਟਾਂ ਘਟਾਉਣ ਲੱਗੇ ਆ। ਕਿਹੜੀਆਂ ਫਲਾਈਟਾਂ 'ਤੇ ਕੱਟ ਵੱਜਣਾ, ਇਹ ਵੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨੀ ਆ। ਆਉਣ ਵਾਲੇ ਦਿਨਾਂ ਦੇ ਵਿੱਚ ਕੈਨੇਡਾ ਦੇ ਵਿੱਚ ਹੜਤਾਲਾਂ ਹੋ ਸਕਦੀਆਂ। ਯੂਨੀਅਨਾਂ ਲਗਭਗ ਤਿਆਰ ਖੜੀਆਂ ਇਸ ਵੇਲੇ ਸਟ੍ਰਾਈਕ ਕਰਨ ਦੇ ਲਈ। ਮਾਮਲਾ ਸਿੱਧਾ ਜਿਹਾ ਹੈ ਵੀ ਮਹਿੰਗਾਈ ਵੱਧ ਗਈ ਹੈ, ਤਨਖਾਹਾਂ ਵਧੀਆਂ ਨਹੀਂ ਅਤੇ ਮੰਗ ਕਰਨਗੇ ਸਾਡੀਆਂ ਤਨਖਾਹਾਂ ਵਧਾਓ। ਬ੍ਰਿਟਿਸ਼ ਕੋਲੰਬੀਆ ਦਾ ਪਿੰਡ ਲਿੰਟਨ ਦੇ ਵਿੱਚ ਜਿਹੜਾ ਪਿਛਲੇ ਸਾਲ ਅੱਗ ਲੱਗੀ ਸੀ, ਸਾਲ ਲੰਘ ਗਿਆ, 1 ਸਾਲ ਦਾ ਸਮਾਂ ਹੋ ਚੁੱਕਿਆ, ਹਾਲਤ ਅਜੇ ਵੀ ਉਸੇ ਤਰ੍ਹਾਂ ਆ। ਇਹ ਵੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਨ ਹੌਰਗਨ ਨੇ ਐਲਾਨ ਕਰ ਦਿੱਤਾ ਪਿਛਲੇ ਦਿਨਾਂ ਦੇ ਵਿੱਚ ਕਿ ਉਹ ਹੁਣ ਸਿਆਸਤ ਛੱਡ ਰਹੇ ਆ। ਕੁਝ ਉਹਨਾਂ ਦੇ ਸਿਹਤ ਨਾਲ ਸੰਬੰਧਿਤ ਕਾਰਨ ਨੇ। ਪ੍ਰੀਮੀਅਰ ਜੌਨ ਹੌਰਗਨ ਧੜੱਲੇਦਾਰ ਰਾਜਨੀਤਿਕ ਆਗੂ NDP ਨੂੰ ਉੱਤੇ ਲਿਜਾਣ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ। ਸਵਾਲ ਇਹ ਪੈਦਾ ਹੋ ਰਿਹਾ ਕਿ ਅਗਲਾ ਆਗੂ ਕੌਣ ਹੋਊਗਾ ਅਤੇ ਬ੍ਰਿਟਿਸ਼ ਕੋਲੰਬੀਆ ਦਾ ਅਗਲਾ ਪ੍ਰੀਮੀਅਰ ਕੌਣ ਹੋ ਸਕਦਾ। ਕਈ ਨਾਂ ਸਾਹਮਣੇ ਆ ਰਹੇ ਆ। ਜਿਹੜੇ ਰਾਜਨੀਤੀ ਦੀ ਸਮਝ ਰੱਖਣ ਵਾਲੇ ਲੋਕ ਨੇ ਉਹ ਕਈ ਨਾਵਾਂ ਦਾ ਅੰਦਾਜ਼ਾ ਲਾ ਰਹੇ ਆ। ਹਾਲਾਂਕਿ ਪਾਰਟੀ ਨੇ ਇਹਦੇ ਬਾਰੇ ਹਜੇ ਤੱਕ ਕੋਈ ਐਲਾਨ ਨਹੀਂ ਕੀਤਾ, ਕੋਈ ਗੱਲਬਾਤ ਨਹੀਂ, ਪਰ ਰਾਜਨੀਤਿਕ ਵਿਸ਼ੇਸ਼জ্ञਾਂ ਦੇ ਆਪਣੇ ਅੰਦਾਜ਼ੇ ਆ ਅਤੇ ਇੱਕ ਅੰਦਾਜ਼ੇ ਦੇ ਅਨੁਸਾਰ ਰਵੀ ਕਾਹਲੋਂ ਜਿਹੜੇ ਡੈਲਟਾ ਤੋਂ MLA ਨੇ, 2 ਵਾਰ ਓਲੰਪੀਅਨ ਰਹਿ ਚੁੱਕੇ ਆ, ਉਹਨਾਂ ਦਾ ਨਾਂ ਵੀ ਸਾਹਮਣੇ ਆ ਰਿਹਾ ਕਿ ਹੋ ਸਕਦਾ ਰਵੀ ਕਾਹਲੋਂ ਨੂੰ ਵੀ ਪ੍ਰੀਮੀਅਰ ਬਣਾ ਦਿੱਤਾ ਜਾਵੇ। ਡੇਵਿਡ ਈਬੀ ਦਾ ਨਾਂ ਵੀ ਸਾਹਮਣੇ ਆ ਰਿਹਾ। ਕਈ ਹੋਰ ਨਾਂ ਸਾਹਮਣੇ ਆ ਰਹੇ ਆ ਜਿਨ੍ਹਾਂ ਦੇ ਵਿੱਚ ਜਿੱਦਾਂ ਪਹਿਲਾਂ ਦੱਸਿਆ ਕਿ ਰਵੀ ਕਾਹਲੋਂ, ਨੈਥਨ ਕਲਨ ਦਾ ਨਾਂ ਵੀ ਸਾਹਮਣੇ ਆ ਰਿਹਾ। ਉਹਨਾਂ ਨੂੰ ਪੁੱਛ ਵੀ ਰਹੇ ਆ ਪੱਤਰਕਾਰ, ਸਾਰੇ ਲਗਭਗ ਗੋਲਮੋਲ ਜਿਹਾ ਜਵਾਬ ਦੇ ਰਹੇ ਆ। ਹਜੇ ਤੱਕ ਗੱਲ ਸਪਸ਼ਟ ਨਹੀਂ ਹੋ ਰਹੀ। ਥੋੜ੍ਹੇ ਦਿਨ ਪਹਿਲਾਂ ਕਲਨ ਕਮਿਸ਼ਨ ਦੀ ਰਿਪੋਰਟ ਵੀ ਆਈ ਆ ਅਤੇ ਜਦੋਂ ਇਹਨਾਂ ਨੂੰ ਪੁੱਛਿਆ ਗਿਆ ਥੋੜ੍ਹੇ ਦਿਨ ਪਹਿਲਾਂ ਕਿ ਤੁਹਾਡਾ ਕੀ ਵਿਚਾਰ ਆ ਜਾਂ ਤੁਸੀਂ ਆ ਰਹੇ ਆ, ਨੈਥਨ ਕਲਨ ਨੂੰ ਇਹ ਸਵਾਲ ਜਦੋਂ ਪੱਤਰਕਾਰਾਂ ਨੇ ਪੁੱਛਿਆ ਅਤੇ ਉਹ ਕਹਿੰਦੇ ਵੀ ਮੈਨੂੰ ਜੈਕ ਲਿਟਨ ਨੇ ਇੱਕ ਬਹੁਤ ਸਮਾਂ ਪਹਿਲਾਂ ਐਡਵਾਈਸ ਦਿੱਤੀ ਸੀ ਕਿ ਆਪਣੇ ਕੈਰੀਅਰ ਦੇ ਵਿੱਚ ਜੇਕਰ ਤੁਹਾਨੂੰ ਕੋਈ ਪੁੱਛੇ ਕਿ ਤੁਸੀਂ ਕਿਸੇ ਆਫਿਸ ਦੇ ਲਈ ਜਾਂ ਲੀਡਰਸ਼ਿਪ ਦੇ ਲਈ ਰਨ ਕਰ ਰਹੇ ਆ ਤਾਂ ਉਹ ਕਹਿੰਦੇ ਉਹਨੂੰ ਥੈਂਕ ਯੂ ਕਹੋ ਅਤੇ ਕਦੇ ਵੀ ਨਾ ਕਹੋ, ਕਿਉਂਕਿ ਸਮੇਂ ਦਾ ਕੁਝ ਨਹੀਂ ਪਤਾ ਹੁੰਦਾ ਕਦੋਂ ਕਿਹੜੇ ਵੇਲੇ ਤੁਹਾਨੂੰ ਕੀ ਫੈਸਲਾ ਲੈਣਾ ਪੈ ਜਾਏ। ਲਗਭਗ ਇਸੇ ਤਰ੍ਹਾਂ ਦੇ ਜਵਾਬ ਸਾਰੇ ਦੇ ਰਹੇ ਆ, ਪਰ ਲੋਕ ਆਪਣੇ ਅੰਦਾਜ਼ੇ ਲਾ ਰਹੇ ਆ ਕਿ ਉਹ ਜਿਹੜਾ ਇੱਕ ਬੜੀ ਪੋਪੂਲਰ ਲੀਡਰ ਜੌਨ ਹੌਰਗਨ, ਉਹਨਾਂ ਤੋਂ ਬਾਅਦ ਉਸ ਪੱਧਰ ਦਾ ਜਿਹੜਾ ਪੋਲੀਟੀਕਲ ਲੀਡਰ ਕਿਹੜਾ ਹੋ ਸਕਦਾ ਹੈ। ਮੰਗਲਵਾਰ ਜੌਨ ਹੌਰਗਨ ਨੇ ਅਨਾਊਂਸਮੈਂਟ ਕੀਤੀ ਸੀ ਕਿ ਅਗਲੀ ਪ੍ਰੋਵਿੰਸ਼ੀਅਲ ਇਲੈਕਸ਼ਨ ਉਹਨੇ ਨਹੀਂ ਲੜਨੀ ਅਤੇ ਇਸ ਫਾਲ ਦੇ ਵਿੱਚ ਜਿਹੜੀ ਲੀਡਰਸ਼ਿਪ ਰੇਸ ਆ ਉਹ ਹੋ ਸਕਦੀ ਆ। ਸੋ ਹੁਣ ਇਸ ਵੇਲੇ ਜਿਹੜੇ ਨਾਂ ਇਸ ਵੇਲੇ ਸਾਹਮਣੇ ਆ ਰਹੇ ਆ, ਜਿਹੜੇ ਰਾਜਨੀਤਿਕ ਪੰਡਿਤ ਅੰਦਾਜ਼ਾ ਲਾ ਰਹੇ ਆ ਕਿ ਇਹਨਾਂ ਨਾਵਾਂ ਦੇ ਵਿੱਚ ਕੁਛ ਨਾਂ ਜਿਹੜੇ ਸਾਹਮਣੇ ਆ ਰਹੇ ਆ, ਉਹਨਾਂ ਦੇ ਵਿੱਚੋਂ ਡੇਵਿਡ ਈਬੀ ਦਾ ਨਾਂ ਕਾਫੀ ਜ਼ਬਰਦਸਤ ਤਰੀਕੇ ਨਾਲ ਦੱਸਿਆ ਜਾ ਰਿਹਾ। 44 ਸਾਲ ਦੇ ਇਹ ਡੇਵਿਡ ਈਬੀ ਨੇ ਅਟਾਰਨੀ ਜਨਰਲ ਅਤੇ ਮਿਨਿਸਟਰ ਰਿਸਪੋਂਸੀਬਲ ਫਾਰ ਹਾਊਸਿੰਗ। ਵੈਨਕੂਵਰ ਪੁਆਇੰਟ ਗ੍ਰੇ ਤੋਂ ਇਲੈਕਸ਼ਨ ਲੜਦੇ ਆ, ਜਿੱਤਦੇ ਆ। ਪਹਿਲਾਂ 13 'ਚ ਜਿੱਤੇ ਸੀ, ਫਿਰ 17 'ਚ ਜਿੱਤੇ ਸੀ ਅਤੇ ਫਿਰ 20 'ਚ ਜਿੱਤੇ ਸੀ। ਡੇਵਿਡ ਈਬੀ ਪੁਆਇੰਟ ਗ੍ਰੇ ਤੋਂ 2013 ਦੇ ਵਿੱਚ ਪਹਿਲੀ ਵਾਰੀ MLA ਬਣੇ ਸੀ। ਕਾਫੀ ਸਟਰੋਂਗ ਕੈਂਡੀਡੇਟ ਦੱਸੇ ਜਾ ਰਹੇ ਆ ਜਾਂ ਇਹਨਾਂ ਦਾ ਨਾਂ ਕਾਫੀ ਜ਼ਬਰਦਸਤ ਤਰੀਕੇ ਦੇ ਨਾਲ ਸਾਹਮਣੇ ਆ ਰਿਹਾ। ਇਹਦੇ ਤੋਂ ਪਹਿਲਾਂ ਇਹ ਐਗਜ਼ੈਕਟਿਵ ਡਾਇਰੈਕਟਰ ਵੀ ਰਹੇ ਆ BC ਸਿਵਲ ਲਿਬਰਟੀਜ਼ ਐਸੋਸੀਏਸ਼ਨ ਦੇ, ਲਾਅ ਦੇ ਪ੍ਰੋਫੈਸਰ ਰਹੇ ਆ ਇਹ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਵਿੱਚ। ਹੋਰ ਕਈ ਮਹੱਤਵਪੂਰਨ ਅਹੁਦਿਆਂ ਦੇ ਉੱਤੇ ਰਹੇ ਆ। ਅਵਾਰਡ ਵਿਨਿੰਗ ਹਿਊਮਨ ਰਾਈਟਸ ਦੇ ਜਿਹੜੇ ਮਨੁੱਖੀ ਅਧਿਕਾਰਾਂ ਦੇ ਬੜੇ ਵੱਡੇ ਵਕੀਲ ਮੰਨੇ ਜਾਂਦੇ ਆ। ਇਹਨਾਂ ਦਾ ਨਾਮ ਬਹੁਤ ਵੱਡੇ ਪੱਧਰ ਦੇ ਉੱਤੇ ਸਾਹਮਣੇ ਆ ਰਿਹਾ ਕਿ ਡੇਵਿਡ ਈਬੀ ਜੌਨ ਹੌਰਗਨ ਦੀ ਜਗ੍ਹਾ ਲੈ ਸਕਦੇ ਆ। 43 ਸਾਲਾਂ ਦੇ ਰਵੀ ਕਾਹਲੋਂ ਦਾ ਨਾਂ ਵੀ ਨਾਲ ਚਰਚਾ ਦੇ ਵਿੱਚ ਆ, ਜਿਹੜੇ ਮਿਨਿਸਟਰ ਆਫ ਜੌਬਸ, ਇਕਨੋਮਿਕ ਰਿਕਵਰੀ ਐਂਡ ਇਨੋਵੇਸ਼ਨ, ਨਾਰਥ ਡੈਲਟਾ ਤੋਂ MLA ਬਣਦੇ ਆ। 2017 'ਚ ਪਹਿਲੀ ਵਾਰੀ ਬਣੇ ਸੀ, 2020 ਦੇ ਵਿੱਚ ਦੂਜੀ ਵਾਰੀ ਬਣੇ ਸੀ।
ਰੀਇਲੈਕਟ ਹੋਏ ਸੀ 2020 ਦੇ ਵਿੱਚ, ਤੇ ਇਹਨਾਂ ਨੂੰ ਮਿਨਿਸਟਰ ਆਫ ਜੌਬਸ, ਇਕਨੋਮਿਕ ਰਿਕਵਰੀ ਤੇ ਇਨੋਵੇਸ਼ਨ ਜਿਹੜਾ ਬਣਾਇਆ ਗਿਆ ਸੀ। ਪਾਰਲੀਮੈਂਟਰੀ ਸੈਕਟਰੀ ਪਹਿਲਾਂ ਰਹੇ ਆ ਸਪੋਰਟਸ ਤੇ ਮਲਟੀਕਲਚਰਲਿਜ਼ਮ ਦੇ ਵਿੱਚ। ਵਿਕਟੋਰੀਆ ਦੇ ਜੰਪਲ ਉੱਥੇ ਵੱਡੇ ਹੋਏ, ਹਾਕੀ ਦੇ ਬਹੁਤ ਵੱਡੇ ਪਲੇਅਰ, ਕੈਨੇਡਾ ਦਾ ਮਾਣ, 2 ਵਾਰੀ ਓਲੰਪੀਅਨ ਤੇ ਟੀਮ ਕੈਨੇਡਾ ਦੇ ਲਈ ਇਹਨਾਂ ਨੇ ਬਹੁਤ ਵੱਡੀ ਦੇਣ ਦਿੱਤੀ ਆ। ਡੈਲਟਾ ਸਪੋਰਟਸ ਹਾਲ ਆਫ ਫੇਮ ਦੇ ਵਿੱਚ ਇਹਨਾਂ ਦਾ ਨਾਂ। ਇਹਦੇ ਤੋਂ ਪਹਿਲਾਂ MLA ਦੀ ਇਲੈਕਸ਼ਨ ਲੜਨ ਤੋਂ ਪਹਿਲਾਂ 7 ਸਾਲ ਬੈਂਕਿੰਗ ਦੇ ਖੇਤਰ ਵਿੱਚ ਰਹੇ ਆ। ਇਹਨਾਂ ਨੇ ਬਹੁਤ ਲੰਬਾ ਸਮਾਂ ਇਹਦੇ ਨਿਊ ਡੈਮੋਕ੍ਰੈਟਿਕ ਕਕਸ ਦੇ ਵਿੱਚ ਡਾਇਰੈਕਟਰ ਆਫ ਸਟੇਕ ਹੋਲਡਰ ਰਿਲੇਸ਼ਨਸ ਦੇ ਵਿੱਚ ਵੀ ਕੰਮ ਕੀਤਾ। ਰਵੀ ਕਾਲੋ ਨਾਰਥ ਡੈਲਟਾ ਕਮਿਊਨਿਟੀ ਦੇ ਵਿੱਚ ਜਾਣੇ ਪਛਾਣੇ, ਉੱਥੇ ਕਈ ਕੰਮਾਂ ਦੇ ਵਿੱਚ ਵਲੰਟੀਅਰਸ ਵੀ ਰਹੇ ਨੇ ਤੇ ਬਹੁਤ ਸਾਰੇ ਕੰਮ ਕੀਤੇ ਆ ਇਹਨਾਂ ਨੇ। ਹੁਣ ਰਵੀ ਕਾਲੋਂ ਦਾ ਨਾਂ ਇਸ ਮਾਮਲੇ ਦੇ ਵਿੱਚ ਸਾਹਮਣੇ ਆ ਰਿਹਾ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ BC ਦੇ ਪ੍ਰੀਮੀਅਰ ਬਣ ਸਕਦੇ ਆ। ਨਾਰਥ ਡੈਲਟਾ ਦੇ ਵਿੱਚ ਇਹ ਰਹਿੰਦੇ ਆ। ਇਸੇ ਤਰ੍ਹਾਂ ਹੀ ਅਗਲਾ ਨਾਂ ਜਿਹੜਾ ਇੱਕ ਸਾਹਮਣੇ ਆ ਰਿਹਾ ਕਿ ਜਿਹੜੇ ਇਹਦੇ ਹੋ ਸਕਦੇ ਆ ਪ੍ਰੀਮੀਅਰ ਹੋ ਸਕਦੇ ਆ ਜਾਂ ਜੌਨ ਹੌਰਗਨ ਦੀ ਜਗ੍ਹਾ ਲੈ ਸਕਦੇ ਆ, ਉਹ ਮਿਊਨਿਸਪਲ ਅਫੇਅਰਸ ਮਿਨਿਸਟਰ ਨੈਥਨ ਕਲਨ। 49 ਸਾਲ ਇਹਨਾਂ ਦੀ ਉਮਰ ਆ ਤੇ ਪਹਿਲੀ ਵਾਰੀ 2020 ਦੇ ਵਿੱਚ ਐਸੀ ਵਾਰੀ ਹੈ BC NDP ਦੇ ਵਿੱਚ ਚੁਣੇ ਗਏ ਆ। ਪਹਿਲਾਂ ਇਹ ਜਿਹੜੇ ਆ ਫੈਡਰਲ ਲੈਵਲ ਦੇ ਉੱਤੇ ਉਸ ਪੋਲੀਟਿਕਸ ਦੇ ਵਿੱਚ ਰਹੇ ਆ। MLA 2020 ਦੇ ਵਿੱਚ ਇਹ ਪ੍ਰੋਵਿੰਸ਼ੀਅਲ ਜਨਰਲ ਇਲੈਕਸ਼ਨ ਦੇ ਵਿੱਚ ਬਣੇ ਆ ਤੇ ਉਹਦੇ ਤੋਂ ਬਾਅਦ ਮਿਨਿਸਟਰ ਆਫ ਸਟੇਟਸ ਫॉर ਲੈਂਡਸ ਤੇ ਨੈਚੁਰਲ ਰਿਸੋਰਸਿਸ ਆਪਰੇਸ਼ਨਸ। ਇਹਨਾਂ ਨੇ ਕਈ ਜਿਹੜੀਆਂ ਕਮੇਟੀਜ਼ ਆ ਉਹਨਾਂ ਨੂੰ ਚੇਅਰ ਵੀ ਕੀਤਾ ਆ। ਮੈਂਬਰ ਆਫ ਪਾਰਲੀਮੈਂਟ ਇਹਨਾਂ ਨੇ ਇਸੇ ਰਾਈਡਿੰਗ ਤੋਂ 15 ਸਾਲ ਦੇ ਲਗਭਗ ਇਹਨਾਂ ਨੇ ਸਰਵ ਕੀਤਾ, 2004 ਤੋਂ ਲੈ ਕੇ 2019 ਤੱਕ। ਆਟਵਾ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਨਾਂ ਰਿਹਾ। ਬਹੁਤ ਵਾਰੀ ਕਈ ਜਿਹੜੀਆਂ ਅਪੋਜੀਸ਼ਨ ਦੇ ਵਿੱਚ ਕਈ ਥਾਵਾਂ ਦੇ ਉੱਤੇ ਇਹਨਾਂ ਨੇ ਮਹੱਤਵਪੂਰਨ ਅਹੁਦਿਆਂ ਦੇ ਉੱਤੇ ਕੰਮਕਾਰ ਕੀਤਾ। ਇਸੇ ਤਰ੍ਹਾਂ ਹੀ ਅਗਲਾ ਨਾਂ ਇੱਕ ਸਾਹਮਣੇ ਆ ਰਿਹਾ ਸਾਡੇ ਫਾਈਨੈਂਸ ਮਿਨਿਸਟਰ ਸਲੀਨਾ ਰੋਬਿਨਸਨ ਦਾ। ਮਿਨਿਸਟਰ ਆਫ ਫਾਈਨੈਂਸ ਕੋਕਟਲਮ ਤੋਂ MLA ਆ। 13 'ਚ ਪਹਿਲੀ ਵਾਰ ਬਣੇ ਸੀ, ਫਿਰ 17 'ਚ ਬਣੇ ਸੀ, ਫਿਰ 20 'ਚ ਬਣੇ ਸੀ। ਸਲੀਨਾ ਰੋਬਿਨਸਨ ਵੀ ਇੱਕ ਵੱਡਾ ਨਾਂ ਦੱਸਿਆ ਜਾ ਰਿਹਾ ਜਿਹੜੇ ਜੌਨ ਹੌਰਗਨ ਨੂੰ ਰਿਪਲੇਸ ਕਰ ਸਕਦੇ ਆ। ਮੈਂ ਇੱਥੇ ਫਿਰ ਦੱਸ ਦੇਣਾ ਚਾਹੁੰਦਾ ਕਿ ਅਜੇ ਤੱਕ ਪਾਰਟੀ ਵੱਲੋਂ ਕੋਈ ਵੀ ਵਿਸਥਾਰ ਨਹੀਂ ਆਇਆ, ਕੋਈ ਵੀ ਗੱਲਬਾਤ ਸਾਹਮਣੇ ਨਹੀਂ ਆਈ। ਲੋਕ ਅੰਦਾਜ਼ੇ ਲਾ ਰਹੇ ਆ ਤੇ ਜਿਹੜੇ ਮਹੱਤਵਪੂਰਨ ਨਾਂ ਸਾਹਮਣੇ ਆ ਸਕਦੇ ਆ ਉਹਨਾਂ ਦਾ ਅੰਦਾਜ਼ਾ ਲਾ ਰਹੇ ਆ ਕਿ ਇਹ ਇੱਥੇ ਹੋ ਸਕਦੇ ਆ। ਸੋ ਇਹ ਕਿਉਂਕਿ ਕ੍ਰਿਟਿਕ ਵੀ ਰਹੇ ਆ, ਅਪੋਜੀਸ਼ਨ ਕ੍ਰਿਟਿਕ ਵੀ ਰਹੇ ਆ ਮੈਂਟਲ ਹੈਲਥ ਫॉर ਐਡਿਕਸ਼ਨ ਸੀਨੀਅਰਸ ਤੇ ਲੋਕਲ ਗਵਰਨਮੈਂਟ ਐਂਡ ਸਪੋਰਟਸ ਦੇ ਮਾਮਲੇ ਦੇ ਵਿੱਚ। ਮੌਂਟਰੀਅਲ ਦੇ ਇੱਕ ਸਬਅਰਬ ਦੇ ਵਿੱਚ ਇਹਨਾਂ ਦਾ ਜਨਮ ਹੋਇਆ, ਉੱਥੇ ਵੱਡੇ ਹੋਏ ਆ। ਰਿਚਮੰਡ BC ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਰਹਿੰਦੇ ਆ, ਬਹੁਤ ਨੇੜਿਓਂ ਕੋਕਟਲਮ ਦੀ ਕਮਿਊਨਿਟੀ ਦੇ ਨਾਲ ਰਹੇ ਆ। ਇਹ ਕੈਂਸਰ ਸਰਵਾਈਵਰ ਵੀ ਨੇ ਤੇ ਇਹਨਾਂ ਦਾ ਨਾਂ ਵੀ ਬਹੁਤ ਜ਼ੋਰ ਸ਼ੋਰ ਦੇ ਨਾਲ ਸਾਹਮਣੇ ਆ ਰਿਹਾ ਕਿ ਇਹ ਵੀ ਇਹਦੇ ਵਿੱਚ ਸ਼ਾਮਲ ਹੋ ਸਕਦੇ ਆ। ਹੋਰ ਬਹੁਤ ਸਾਰੇ ਨਾਂ ਨੇ। ਮਿਨਿਸਟਰ ਬੋਵਨ ਮਾ 36 ਸਾਲ ਉਮਰ ਵਾਲੀ, ਇਹ ਜਿਹੜੇ ਨੈਚੁਰਲ ਰਿਸੋਰਸਿਸ ਮਿਨਿਸਟਰ ਜੋਸੀ ਔਬਜ਼ਮਨ ਉਹਨਾਂ ਦਾ ਨਾਂ ਆ ਰਿਹਾ ਹੈ। ਇਸੇ ਤਰ੍ਹਾਂ ਹੀ ਬਰਨਵੀ ਤੋਂ ਲੋਹੀਡ ਤੋਂ MLA ਜਿਹੜੇ ਚਾਈਲਡ ਕੇਅਰ ਪੋਰਟਫੋਲੀਓ ਕੈਟਰੀਨਾ ਸ਼ੇਨ ਦਾ ਨਾਂ ਸਾਹਮਣੇ ਆ ਰਿਹਾ। ਹੈਲਥ ਮਿਨਿਸਟਰ ਏਡਰੀਅਨ ਡਿਕਸ ਦਾ ਨਾਂ ਸਾਹਮਣੇ ਆ ਰਿਹਾ ਆ। ਸਾਡੇ ਟਰਾਂਸਪੋਰਟ ਮਿਨਿਸਟਰ ਰੌਬ ਫਲੈਮਿੰਗ ਦਾ ਨਾਂ ਸਾਹਮਣੇ ਆ ਰਿਹਾ। ਐਜੂਕੇਸ਼ਨ ਮਿਨਿਸਟਰ ਜੈਨੀਫਰ ਵਾਈਟਸਾਈਡ ਦਾ ਨਾਂ ਸਾਹਮਣੇ ਆ ਰਿਹਾ। ਬਹੁਤ ਸਾਰੇ ਨਾਂ ਇਸ ਵੇਲੇ ਇਸ ਦੌੜ ਦੇ ਵਿੱਚ ਸ਼ਾਮਲ ਦੱਸੇ ਜਾ ਰਹੇ ਆ। ਪਰ ਦੇਖਣ ਵਾਲੀ ਗੱਲ ਹੋਊਗੀ ਕਿ ਪਾਰਟੀ ਕਿਸ ਤਰ੍ਹਾਂ ਦੇਖਦੀ ਆ, ਕਿਹੜੀਆਂ ਗੱਲਾਂ ਨੂੰ ਸਾਹਮਣੇ ਰੱਖਿਆ ਜਾਂਦਾ। ਰਵੀ ਕਾਲੋਂ, ਕਲਨ ਜਾਂ ਕੋਈ ਹੋਰ ਇਹਨਾਂ ਦੇ ਵਿੱਚੋਂ। ਇਹਨਾਂ ਦੇ ਨਾਂ ਮੁੱਖ ਤੌਰ ਦੇ ਉੱਤੇ 2-3 ਨਾਵਾਂ ਦੇ ਵਿੱਚ ਰਵੀ ਕਾਲੋਂ ਦਾ ਨਾਂ ਆ ਰਿਹਾ। ਹਾਲਾਂਕਿ ਉਹ ਹਾਂ ਕਰਦੇ ਆ ਜਾਂ ਉਹ ਕੀ ਕਰਦੇ ਆ ਉਹਨਾਂ ਦੇ ਉੱਤੇ ਆ। ਰਵੀ ਕਾਲੋਂ, ਕਲਨ ਜਾਂ ਜਿਹੜੇ ਦੂਜੇ ਨੇ ਡੇਵਿਡ ਈਬੀ ਨੇ, ਉਹਨਾਂ ਦੇ ਨਾਂ ਕਾਫੀ ਮਤਲਬ ਜੇ ਸ਼ਾਰਟ ਲਿਸਟ ਕੀਤੇ ਜਾਣ ਇਹਨਾਂ ਸਾਰੇ ਮਾਹਿਰਾਂ ਦੀ ਰਾਏ ਤੋਂ ਬਾਅਦ ਤਾਂ ਉਹਨਾਂ ਦਾ ਨਾਂ ਕਾਫੀ ਜ਼ਬਰਦਸਤ ਤਰੀਕੇ ਦੇ ਨਾਲ ਸਾਹਮਣੇ ਆ ਰਿਹਾ ਕਿ ਇਹ ਇਸ ਵੇਲੇ ਹੋ ਸਕਦੇ ਆ। ਕਲਨ ਕਿਉਂਕਿ ਫੈਡਰਲ ਲੀਡਰਸ਼ਿਪ ਦੇ ਵਿੱਚ ਵੀ 2012 ਦੇ ਵਿੱਚ ਰਨ ਕੀਤੇ ਸੀ, ਇਹਨਾਂ ਦੀ ਸਟਰੋਂਗ NDP ਆਇਡੈਂਟੀਟੀ ਹੈਗੀ ਆ। ਬਹੁਤ ਸਾਰੀਆਂ ਗੱਲਾਂ ਦੀ ਇਹਨਾਂ ਨੂੰ ਸਮਝ ਆ। ਐਂਡਰੀਅਨ ਡਿਕਸ ਦਾ ਨਾਂ ਵੀ ਆ ਰਿਹਾ, ਪੁਰਾਣੇ ਪਾਰਟੀ ਲੀਡਰ ਨੇ ਜਿਹੜੇ ਕਲਾਰਕ ਨੂੰ 2014 ਦੇ ਵਿੱਚ ਇਲੈਕਸ਼ਨ ਦੇ ਵਿੱਚ ਹਾਰੇ ਸੀਗੇ। ਕਾਫੀ ਇਹਨਾਂ ਦਾ ਤਜਰਬਾ ਆ, ਕਾਫੀ ਲੰਮਾ ਸਮਾਂ ਇਹ ਜਿਹੜੇ ਇਹਨਾਂ ਨੇ ਕਾਫੀ ਚੰਗਾ ਕੰਮ ਜਿਹੜਾ ਪ੍ਰੋਵਿੰਸ਼ੀਅਲ ਹੈਲਥ ਆਫਿਸਰ ਨੇ ਬੋਨੀ ਹੈਨਰੀ ਦੇ ਨਾਲ ਵੀ ਕੀਤਾ ਹੈ, ਖਾਸ ਕਰ ਇਸ COVID-19 ਦੇ ਮਾਮਲੇ ਦੇ ਵਿੱਚ। ਸੋ ਇਹਨਾਂ ਦਾ ਨਾਂ ਵੀ ਕਾਫੀ ਚਰਚਾ ਦੇ ਵਿੱਚ ਹੈ ਕਿ ਇਹ ਵੀ ਇਸ ਵੇਲੇ ਇੱਥੇ ਇਸ ਦੌੜ ਦੇ ਵਿੱਚ ਸ਼ਾਮਲ ਹੋ ਸਕਦੇ ਆ ਜਾਂ ਇਹਨਾਂ ਨੂੰ ਵੀ ਪ੍ਰੀਮੀਅਰ ਬਣਾਇਆ ਜਾ ਸਕਦਾ ਆ। ਬਹੁਤ ਵੱਡਾ ਸਵਾਲ ਹੈ ਇਸ ਵੇਲੇ। NDP ਜਿਹਨੇ ਬਹੁਤ ਵਧੀਆ ਪਿਛਲੇ ਸਮੇਂ ਦੇ ਵਿੱਚ ਪਰਫਾਰਮ ਕੀਤਾ, ਬਹੁਤ ਸਾਰੇ ਵੱਡੇ ਕੰਮ ਪ੍ਰੀਮੀਅਰ ਜੌਨ ਹੌਰਗਨ ਦੇ ਸਮੇਂ ਦੇ ਵਿੱਚ ਹੋਏ ਆ। ਚਾਹੇ ਉਹ ਜਿਹੜਾ ਟੋਲ ਟੈਕਸ ਹਟਾਉਣੇ ਸੀ, ਚਾਹੇ MSP ਹਟਾਉਣੀ ਸੀ, ਚਾਹੇ ਮਿਨੀਮਮ ਵੇਜਸ ਵਧਾਉਣੇ ਸੀ, ਕੀ ਉਸ ਤਰ੍ਹਾਂ ਦਾ ਕੰਮਕਾਰ ਐਸੇ ਤਰ੍ਹਾਂ ਚੱਲਦਾ ਆ? ਕੀ ਉਸੇ ਤਰ੍ਹਾਂ ਦੀ ਗੱਲਬਾਤ ਅੱਗੇ ਜਾਰੀ ਰਹਿੰਦੀ ਆ? ਤੇ NDP ਲੀਡਰਸ਼ਿਪ ਦੇ ਲਈ ਕਿੱਥੇ ਤੱਕ ਕੌਣ ਅੱਗੇ ਜਾਂਦਾ ਆ ਤੇ ਕਿਹਦਾ ਨਾਂ ਅੱਗੇ ਆਉਂਦਾ, ਇੱਕ ਬਹੁਤ ਵੱਡਾ ਸਵਾਲ ਆ। ਪਰ ਦੇਖਣ ਵਾਲੀ ਗੱਲ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਹਦਾ ਨਾਂ ਅੱਗੇ ਆਉਂਦਾ ਤੇ ਕੌਣ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਬਣਦੇ ਆ। ਇੱਕ ਖਬਰ
RCMP ਦੀ ਜਿਹੜੀ ਸਲਾਹ ਆ ਉਹਦੇ ਨਾਲ ਸੰਬੰਧਿਤ ਆ। ਹੁਣ ਗਰਮੀਆਂ ਦਾ ਮੌਸਮ ਆ, ਲੋਕ ਇੰਜੋਏ ਕਰਦੇ ਆ ਪਰਿਵਾਰਾਂ ਦੇ ਨਾਲ। ਇਸ ਸਮੇਂ ਦੇ ਵਿੱਚ ਸ੍ਰੀ RCMP ਨੇ ਕੁਝ ਖਾਸ ਹਦਾਇਤਾਂ ਦਿੱਤੀਆਂ ਕਿ ਤੁਸੀਂ ਕੁਝ ਗੱਲਾਂ ਦਾ ਖਿਆਲ ਰੱਖੋ, ਕਿਉਂਕਿ ਹਰ ਵਾਰੀ ਕੁਝ ਨਾ ਕੁਝ ਇਹੋ ਜਿਹੀਆਂ ਦੁਰਘਟਨਾਵਾਂ ਵਾਪਰ ਜਾਂਦੀਆਂ ਕਿ ਜਿਹੜੀਆਂ ਲੋਕਾਂ ਨੂੰ ਜਿਹਦੇ ਬਾਰੇ ਦੱਸਣਾ ਜ਼ਰੂਰੀ ਆ ਤਾਂ ਕਿ ਉਹਨਾਂ ਤੋਂ ਬਚਿਆ ਜਾ ਸਕੇ। ਦੂਜੀ ਗੱਲ ਆ ਕਿ ਇਸ ਵੇਲੇ ਬਹੁਤੇ ਲੋਕ ਜਿਹੜੀ ਘਰ ਜਾਂ ਘਰ ਤੋਂ ਬਾਹਰ ਸਮਰ ਬਿਤਾਉਂਦੇ ਆ, ਘਰਾਂ ਤੋਂ ਬਾਹਰ ਬਹੁਤ ਸਾਰੇ ਟਰੈਵਲ ਕਰਦੇ ਆ। ਜਿਹੜੇ ਪ੍ਰੋਪਰਟੀ ਕ੍ਰਾਈਮ ਨੇ ਜਾਂ ਪ੍ਰੋਪਰਟੀ ਕ੍ਰਾਈਮ ਥੀਵਸ ਨੇ ਉਹਨਾਂ ਤੋਂ ਖਾਸ ਤੌਰ ਤੇ ਵਿਚਾਰ ਰੱਖਿਆ ਜਾਣਾ ਚਾਹੀਦਾ। ਸ੍ਰੀ RCMP ਇਹ ਗੱਲਬਾਤ ਕਹਿ ਰਹੀ ਆ। ਸ੍ਰੀ RCMP ਦੀ ਪ੍ਰੋਪਰਟੀ ਕ੍ਰਾਈਮ ਟਾਰਗੇਟ ਟੀਮ ਰੈਕਮੈਂਡ ਕਰ ਰਹੀ ਆ ਕਿ ਆਪਣੇ ਘਰਾਂ ਦੇ ਦਰਵਾਜ਼ੇ ਤੇ ਵਿੰਡੋ ਨੂੰ ਬੰਦ ਰੱਖੋ, ਗਰਾਜ ਡੋਰ ਨੂੰ ਕਲੋਜ਼ ਰੱਖੋ, ਬੰਦ ਰੱਖੋ, ਭਾਵੇਂ ਤੁਸੀਂ ਘਰ ਦੇ ਵਿੱਚ ਆ ਚਾਹੇ ਤੁਸੀਂ ਆਪਣੇ ਬੈਕਯਾਰਡ ਦੇ ਵਿੱਚ ਆ। ਮੂਹਰਲੇ ਪਾਸਿਓਂ ਦਰਵਾਜ਼ੇ ਦਰੂਜੇ ਬੰਦ ਕਰਕੇ ਰੱਖੋ। ਇਹਨਾਂ ਦਿਨਾਂ ਦੇ ਵਿੱਚ ਚੋਰੀ ਦੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਆ। ਜੇ ਤੁਸੀਂ ਖਾਸ ਕਿਤੇ ਬਾਹਰ ਜਾ ਰਹੇ ਆ ਤਾਂ ਉਸ ਵੇਲੇ ਵੀ ਤੁਹਾਨੂੰ ਆਪਣਾ ਜਿਹੜਾ ਦੇਖਦੇ ਰਹਿਣਾ ਚਾਹੀਦਾ, ਉਹਨਾਂ ਚੀਜ਼ਾਂ ਨੂੰ ਨੋਟਿਸ ਕਰਦੇ ਰਹਿਣਾ ਚਾਹੀਦਾ ਕਿ ਕੋਈ ਅਣਸੁਖਾਵੀ ਘਟਨਾ ਤੁਹਾਡੇ ਆਲੇ ਦੁਆਲੇ ਤਾਂ ਨਹੀਂ ਵਾਪਰ ਰਹੀ। ਜਿਹੜੀਆਂ ਅੰਦਰ ਦੀਆਂ ਲਾਈਟਾਂ ਆ ਉਹਨਾਂ ਨੂੰ ਤੁਸੀਂ ਔਨ ਤੇ ਆਫ ਆਟੋਮੈਟਿਕਲੀ ਕਿਸੇ ਤਰ੍ਹਾਂ ਟਾਈਮ ਨਾਲ ਟਾਈਮ 'ਤੇ ਕਰਦੇ ਰਹਿੰਦੇ ਆ, ਉਹਦੇ ਨਾਲ ਵੀ ਜਿਹੜੇ ਚੋਰ ਕਹਿੰਦੇ ਡਰ ਜਾਂਦੇ। ਇਸ ਗੱਲ ਦਾ ਖਿਆਲ ਰੱਖੋ। ਜੇ ਕਿਤੇ ਜਾਣਾ ਆ ਤੁਹਾਡੇ ਘਰ ਦੇ ਮੂਹਰੇ ਜਿਹੜੇ ਨਿਊਜ਼ਪੇਪਰ ਪਏ ਹੁੰਦੇ, ਕਿਸੇ ਆਂਢੀ ਗੁਆਂਢੀ ਨੂੰ ਕਹਿ ਜਾਓ ਵੀ ਉਹ ਚੱਕ ਕੇ ਆਪਣੇ ਘਰ ਲੈ ਜਾਵੇ। ਜਿਹੜੇ ਘਰ ਦੇ ਮੂਹਰੇ ਢੇਰ ਲੱਗ ਜਾਂਦਾ ਉਹਦੀ ਇੱਕ ਇਹ ਵੀ ਨਿਸ਼ਾਨੀ ਹੁੰਦੀ ਹੈ ਕਿ ਘਰ ਵਾਲੇ ਘਰ ਨਹੀਂ ਕਿਤੇ ਬਾਹਰ ਗਏ ਆ, ਉੱਥੇ ਵੀ ਚੋਰੀ ਦੀਆਂ ਵਾਰਦਾਤਾਂ ਦਾ ਕਾਫੀ ਖਤਰਾ ਵੱਧ ਜਾਂਦਾ ਆ। ਦੂਜੀ ਗੱਲ ਦੱਸੀ ਜਾ ਰਹੀ ਹੈ ਕਿ ਜਿਹੜੇ ਕੁਝ ਪ੍ਰੋਪਰਟੀ ਕ੍ਰਾਈਮ ਯੂਨਿਟ ਆ ਉਹ ਹੋਰ ਚੀਜ਼ਾਂ ਵੀ ਦੱਸ ਰਹੇ ਆ ਇਸ ਮਾਮਲੇ ਦੇ ਉੱਤੇ। ਤੁਸੀਂ ਉੱਥੇ ਜਾ ਕੇ ਉਹਨਾਂ ਦੇ ਪ੍ਰੀ ਰਜਿਸਟਰ ਵੀ ਕਰ ਸਕਦੇ ਹੋ, ਉਹਦੇ ਉੱਤੇ ਵੀ ਤੁਹਾਨੂੰ ਉਹ ਕਾਫੀ ਜਾਣਕਾਰੀ ਜਿਹੜੇ ਵੈਬੀਨਾਰ ਦੇ ਉੱਤੇ ਵੀ ਦਿੰਦੇ ਆ। ਦੂਜੀ ਇੱਕ ਖਾਸ ਗੱਲਬਾਤ ਉਹ ਇਸ ਵੇਲੇ ਇਹ ਕਹਿ ਰਹੇ ਆ ਕਿ ਆਪਣੇ ਪੈਟਸ ਨੂੰ ਜਾਂ ਬੱਚਿਆਂ ਨੂੰ ਵਹੀਕਲ ਦੇ ਵਿੱਚ ਛੱਡ ਕੇ ਨਾ ਜਾਓ। ਥੋੜ੍ਹੇ ਦਿਨ ਪਹਿਲਾਂ ਵੀ ਆਪਾਂ ਖਬਰ ਸਾਂਝੀ ਕੀਤੀ ਸੀ ਕਿ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ ਹਰ ਸਾਲ ਇੱਦਾਂ ਦੀਆਂ ਅਣਸੁਖਾਵੀਆਂ ਘਟਨਾਵਾਂ ਵਾਪਰਦੀਆਂ ਕਿ ਕਾਰ ਦੇ ਵਿੱਚੋਂ ਵਿਅਕਤੀ ਆਪ ਤਾਂ ਨਿਕਲ ਜਾਂਦਾ ਪਰ ਬੱਚਾ ਕਾਰ ਸੀਟ ਦੇ ਵਿੱਚ ਹੀ ਰਹਿ ਜਾਂਦਾ। ਕਈ ਵਾਰੀ ਉਹ ਸੁੱਤਾ ਪਿਆ ਹੁੰਦਾ, ਕਈ ਵਾਰੀ ਘਰਦਿਆਂ ਨੂੰ ਚੇਤਾ ਨਹੀਂ ਰਹਿੰਦਾ ਤੇ ਬਹੁਤ ਸਾਰੀਆਂ ਅਣਸੁਖਾਵੀਆਂ ਘਟਨਾਵਾਂ ਵਾਪਰੀਆਂ। ਬੱਚਿਆਂ ਦੀ ਮੌਤ ਹੋ ਗਈ ਕਾਰਾਂ ਦੇ ਵਿੱਚ ਗਰਮੀ ਦੇ ਨਾਲ, ਉਹ ਵਿਚਾਰੇ ਬਾਹਰ ਹੀ ਨਹੀਂ ਨਿਕਲ ਸਕੇ। ਔਰ 3 ਸਾਲ ਦਾ ਬੱਚਾ, ਕੋਈ ਛੋਟਾ ਜਿਹਾ ਬੱਚਾ, ਔਰ ਸੈਂਕੜੇ ਬੱਚੇ ਹਰ ਸਾਲ ਕੈਨੇਡਾ ਅਮਰੀਕਾ ਦੇ ਵਿੱਚ ਐਸੇ ਤਰੀਕੇ ਦੇ ਨਾਲ ਮਰ ਜਾਂਦੇ। RCMP ਇਹ ਕਹਿ ਰਹੀ ਆ ਕਿ ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾਵੇ। ਬਹੁਤ ਸਾਰੀਆਂ ਘਟਨਾਵਾਂ ਇੱਦਾਂ ਦੀਆਂ ਵੀ ਵਾਪਰੀਆਂ ਕਿ ਬੱਚਾ ਵਿੱਚ ਸੀ ਤੇ ਚੋਰ ਜਿਹੜੇ ਆ ਉਹ ਕਾਰ ਚੋਰੀ ਕਰਕੇ ਲੈ ਗਏ, ਨਾਲ ਹੀ ਬੱਚਾ ਚਲੇ ਗਿਆ, ਬਾਅਦ ਦੇ ਵਿੱਚ ਫੜੇ ਗਏ। ਬੱਚੇ ਨੂੰ ਕਾਰ ਦੇ ਵਿੱਚ ਭੁੱਲੋ ਨਾ। ਇਹ ਹੁੰਦਾ ਬਹੁਤ ਘੱਟ ਆ ਪਰ ਹੁੰਦਾ ਜ਼ਰੂਰ ਆ। ਕਈ ਥਾਵਾਂ ਦੇ ਉੱਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਵੀ ਵਾਪਰੀਆਂ ਕਿ ਜਿਹੜੇ 3 ਬੱਚੇ ਸੀ, 3 ਦੇ ਵਿੱਚ 2 ਬੱਚਿਆਂ ਨੂੰ ਉੱਥੇ ਜਿਹੜਾ ਚਾਈਲਡ ਕੇਅਰ ਸੀ ਉੱਥੇ ਉਤਾਰ ਦਿੱਤਾ ਤੇ ਇੱਕ ਬੱਚਾ ਵਾਪਸ ਕਾਰ ਦੇ ਵਿੱਚ ਲੈ ਆਂਦਾ, ਕਾਰ ਖੜੀ ਕਰ ਦਿੱਤੀ, ਬੌੜ ਕੇ ਦੂਜੀ ਕਾਰ ਦੇ ਵਿੱਚ ਕੰਮ ਤੇ ਚਲੇ ਗਏ ਤੇ ਜਦੋਂ ਸ਼ਾਮ ਤੱਕ ਵਾਪਸ ਆਏ ਬੱਚੇ ਦੀ ਮੌਤ ਹੋ ਚੁੱਕੀ ਸੀ। ਇਸ ਤਰ੍ਹਾਂ ਦੀਆਂ ਕੁਝ ਘਟਨਾਵਾਂ ਵੀ ਸਾਹਮਣੇ ਆਈਆਂ। ਸੋ ਇਸ ਜਿਹੜਾ ਜਿਸ ਤਰੀਕੇ ਦੇ ਨਾਲ ਉਹਦੇ ਅੰਦਰ ਗ੍ਰੀਨ ਹਾਊਸ ਬਣ ਜਾਂਦਾ, ਟੈਂਪਰੇਚਰ ਵੱਧ ਜਾਂਦਾ ਤੇ ਚਾਹੇ ਪੈਟ ਆ ਤੁਹਾਡਾ, ਕੋਈ ਡੌਗ ਆ, ਉਹਨੂੰ ਰੱਖਿਆ ਆ, ਉਹਨੂੰ ਉੱਥੇ ਖਿਆਲ ਰੱਖਿਆ ਜਾਵੇ ਕਿ ਇਸ ਤਰ੍ਹਾਂ ਨਾ ਜਿਹੜਾ ਉੱਥੇ ਛੱਡਿਆ ਜਾਵੇ। ਔਰ ਡੇਂਜਰਸਲੀ ਹਾਈ ਟੈਂਪਰੇਚਰ ਬਹੁਤ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਹੀ ਕਾਰ ਦੇ ਵਿੱਚ ਹੋ ਜਾਂਦਾ ਜੇਕਰ ਕਾਰ ਨੂੰ ਸਾਰੇ ਪਾਸਿਆਂ ਤੋਂ ਬੰਦ ਕੀਤਾ ਆ। ਇਹ ਵੀ ਕਹਿ ਰਹੇ ਆ ਕਿ ਜਿਹੜੇ ਆਪਣੇ ਹੈਲਥ ਤੇ ਸੇਫਟੀ ਆ ਉਹਦਾ ਵੀ ਖਾਸ ਤੌਰ ਦੇ ਉੱਤੇ ਖਿਆਲ ਰੱਖਿਆ ਜਾਵੇ। ਹੀਟ ਸਟ੍ਰੋਕ ਆਮ ਤੌਰ ਦੇ ਉੱਤੇ ਬਹੁਤ ਹੋ ਜਾਂਦੇ ਆ ਇਸ ਵੇਲੇ, ਖਾਸ ਕਰ ਬੱਚਿਆਂ ਨੂੰ, ਇਹਦੇ ਤੋਂ ਵੀ ਬਚਾ ਕੇ ਰੱਖਿਆ ਜਾਵੇ। ਦੂਜਾ ਇਸ ਵੇਲੇ ਜਿਹੜਾ ਕੈਨੇਡਾ ਡੇ ਆ ਰਿਹਾ, ਕੈਨੇਡਾ ਡੇ ਦੇ ਉੱਤੇ ਵੀ ਕਮਿਊਨਿਟੀ ਇਵੈਂਟਸ ਹੋਣੇ ਆ, ਉਹਦੇ ਉੱਤੇ ਖਾਸ ਤੌਰ ਦੇ ਉੱਤੇ RCMP ਨੇ ਹਦਾਇਤ ਦਿੱਤੀ ਆ। ਇਹ ਗੱਲਾਂ ਭਾਵੇਂ ਬਹੁਤ ਛੋਟੀਆਂ ਪਰ ਜੇ RCMP ਦਾ ਮੀਡੀਆ ਰਿਲੇਸ਼ਨ ਡਿਪਾਰਟਮੈਂਟ ਇਹ ਜਾਣਕਾਰੀ ਲੋਕਾਂ ਦੇ ਲਈ ਜਾਰੀ ਕਰ ਰਿਹਾ ਤਾਂ ਇਹਦਾ ਮਤਲਬ ਇਹ ਆ ਕਿ ਬਹੁਤ ਜ਼ਰੂਰੀ ਆ। ਇਹਨਾਂ ਛੋਟੀਆਂ ਗੱਲਾਂ ਦੇ ਨਾਲ ਹਰ ਸਾਲ ਕਈ ਲੋਕਾਂ ਦੀ ਜਾਨ ਚਲੇ ਜਾਂਦੀ ਹੈ। ਹੁਣ ਪਹਿਲੀ ਵਾਰੀ ਐਤਕੀ ਹੋਣਾ ਕੋਵਿਡ ਤੋਂ ਬਾਅਦ ਕਿ ਇਨ ਪਰਸਨ ਕੈਨੇਡਾ ਡੇ ਸੈਲੀਬ੍ਰੇਟ ਕੀਤਾ ਜਾਣਾ। ਆਪਣੇ ਇੱਥੇ ਸਰੀ ਦੇ ਵਿੱਚ ਵੀ ਮਿਲੇਨੀਅਮ ਪਾਰਕ ਦੇ ਵਿੱਚ ਲੋਕਾਂ ਨੇ ਵੱਧ ਚੜ੍ਹ ਕੇ ਇਸ ਸਮਾਗਮ ਦਾ ਹਿੱਸਾ ਬਣਨਾ। ਉੱਥੇ ਭੀੜ ਬਹੁਤ ਸਾਰੀ ਹੁੰਦੀ ਆ। ਉੱਥੇ ਇਹ ਕਹਿੰਦੇ ਆ ਕਿ ਜੇ ਤੁਸੀਂ ਜਾ ਰਹੇ ਹੋ ਤਾਂ ਘੱਟੋ ਘੱਟ ਇੱਕ ਦੂਜੇ ਦਾ ਹੱਥ ਫੜ ਕੇ ਰੱਖੋ ਜਾਂ ਬੱਚਿਆਂ ਦੇ ਉੱਤੇ ਖਾਸ ਤੌਰ 'ਤੇ ਨਿਗਾਹ ਰੱਖੋ। ਤੁਸੀਂ ਵਿਛੜੋ ਨਾ ਤੇ ਇੱਕ ਮੀਟਿੰਗ ਪੁਆਇੰਟ ਜ਼ਰੂਰ ਬਣਾ ਲਓ ਵੀ ਮੰਨ ਲਓ ਅਸੀਂ ਇੱਧਰ ਉੱਧਰ ਹੋ ਗਏ, ਨਹੀਂ ਇੱਕ ਦੂਜੇ ਨੂੰ ਲੱਭ ਰਹੇ ਤਾਂ ਫਲਾਣੀ ਜਗ੍ਹਾ ਦੇ ਉੱਤੇ ਜਾ ਕੇ ਖੜੇ ਹੋ ਜਾਵਾਂਗੇ ਤੇ ਉੱਥੇ ਜਾ ਕੇ ਮਿਲ ਲਵਾਂਗੇ। ਇਹਦੇ ਨਾਲ ਵੀ ਜਿਹੜੇ ਲੋਕ ਗੁਆਚ ਜਾਂਦੇ ਆ, ਇੱਧਰ ਹੋ ਜਾਂਦੇ ਆ, ਉਹਨਾਂ ਨੂੰ ਲੱਭਿਆ ਜਾ ਸਕਦਾ। ਉਹ ਕਹਿੰਦੇ ਪਲਾਨ ਪੂਰੀ ਤਰ੍ਹਾਂ ਬਣਾ ਕੇ ਚੱਲੋ। ਜੇ ਸੈਪਰੇਸ਼ਨ ਹੋ ਜਾਂਦੇ ਆ, ਪ੍ਰੀ ਰੇਂਜ ਮੀਟਿੰਗ ਪਲੇਸ ਤੁਹਾਡੀ ਕਿਹੜੀ ਆ, ਉਸ ਦਿਨ ਤੁਸੀਂ ਕਿੱਥੇ ਜਾਣਾ, ਫੋਨ ਆਪਣੇ ਕੋਲ ਰੱਖੋ, ਬੱਚਿਆਂ ਦਾ ਖਾਸ ਖਿਆਲ ਰੱਖੋ। ਜੇ ਉਹ ਕਿਸੇ ਨੂੰ ਜਿਹੜੀ ਬੱਚਾ ਇੱਧਰ ਉੱਧਰ ਹੋ ਜਾਂਦਾ ਤਾਂ ਉਹ ਲੱਭਦਾ ਆ ਤਾਂ ਉਹ ਕਿਸ ਤਰੀਕੇ ਨਾਲ ਕੰਟੈਕਟ ਕੀਤਾ ਜਾ ਸਕਦਾ। 1 ਜੁਲਾਈ ਨੂੰ ਸਰੀ ਦਾ ਕੈਨੇਡਾ ਡੇ ਸੈਲੀਬ੍ਰੇਸ਼ਨ ਪੂਰੇ ਤਰੀਕੇ ਦੇ ਨਾਲ ਜਿਹੜਾ ਬਿਲਡਿਡ ਮਿਲੇਨੀਅਮ ਐਂਫੀ ਥੀਏਟਰ ਉੱਥੇ ਹੋਣਾ ਆ। ਸਰੀ RCMP ਆਫਿਸਰ ਵੀ ਉੱਥੇ ਹੋਣਗੇ, ਉਹਨਾਂ ਦੇ ਨਾਲ ਵੀ ਮਿਲਿਆ ਜਾ ਸਕਦਾ।
ट्रैफिक कंजैशन बहुत सारा होने की आस आ, उस पासे इहदा भी खास ख्याल रखा जाए। CRCMP ने एक लैटर टू पेरेंट्स भी इशू की आ स्कूल ईयर के एंड के उत्ते, ताकि जिहड़ियां सेफ्टी टिप्स ने उन्होंने भी जिहड़ा बुलिंग तो जां ऑनलाइन जी कई बार बुलिंग होंदी आ उहनूं किस तरह उहदे तो बचिया जा सके। जिहड़ी CRCMP कम्यूनिटी इंगेजमेंट टीम आ वो समर के लिए पूरी तरह ਤਿਆਰ ਆ, पर नाल ਉਹ ਇੱਥੇ ਇਹ ਗੱਲਾਂ ਦੱਸ ਰਿਹਾ कि ਜਿਹੜੀਆਂ ਇਹ कुछ गलतियां आम तौर ਦੇ ਉੱਤੇ ਅਸੀਂ ਕਰ ਲੈਂਦੇ ਆ ਇਸ ਸਮਰ ਦੇ ਵਿੱਚ ਉਹਦੇ ਤੋਂ ਬਚਿਆ ਜਾ ਸਕਦਾ। ਉੱਥੇ ਜਾ ਕੇ ਤੁਸੀਂ ਇਹਨੂੰ ਵੈਬਸਾਈਟ ਦੇ ਉੱਤੇ ਉਹਨਾਂ ਦੇ ਸਮਰ ਸੇਫਟੀ ਟਿਪਸ ਦੇ ਉੱਤੇ ਵੀ ਪੜ੍ਹ ਸਕਦੇ ਹੋ। ਕਾਂਸਟੇਬਲ ਗੁਰਵਿੰਦਰ ਘੱਗ ਨੇ ਇਹ ਜਿਹੜੇ ਮੀਡੀਆ ਰਿਲੇਸ਼ਨ ਆਫੀਸਰ ਸਰੀ ਡਿਟੈਚਮੈਂਟ ਦੇ ਉਹਨਾਂ ਨੇ ਇਹ ਜਾਣਕਾਰੀ ਜਿਹੜੀ ਆ ਖਾਸ ਤੌਰ ਦੇ ਉੱਤੇ ਜਾਰੀ ਕੀਤੀ ਹੈ ਤਾਂ ਕਿ ਗਰਮੀਆਂ ਵਿੱਚ ਹੋਣ ਵਾਲੀਆਂ ਦੁਰਘਟਨਾਵਾਂ ਤੋਂ ਬਚਿਆ ਜਾ ਸਕੇ। BC ਫੈਰੀਜ਼ ਚਾਹੇ ਅਸੀਂ ਕਿਤੇ ਜਾਣਾ ਹੋਵੇ ਇੱਥੋਂ ਵਿਕਟੋਰੀਆ ਜਾਂ ਇੱਧਰ ਉੱਧਰ ਨਨਾਇਮੋ ਜਾਂ ਦੂਜੇ ਥਾਵਾਂ ਦੇ ਉੱਤੇ ਫੈਰੀਜ਼ ਦੀ ਕਾफ़ी ਲੋੜ ਪੈਂਦੀ ਆ ਤੇ ਲਗਭਗ ਹੁਣ ਇੱਕ ਰੂਟੀਨ ਜਿਹਾ ਬਣਦਾ ਜਾ ਰਿਹਾ ਕਿ ਅਸੀਂ ਤੁਹਾਡੇ ਨਾਲ ਖਬਰ ਸਾਂਝੀ ਕਰਦੇ ਹਾਂ ਕਿ ਫਲਾਣੀ ਫੈਰੀ ਕੈਂਸਲ ਹੋ ਗਈ, ਫਲਾਣੀ ਫੈਰੀ ਦੇ ਵਿੱਚ ਆਹ ਦਿੱਕਤ ਆ ਗਈ, ਕਿਤੇ ਸਟਾਫ ਦਾ ਇਸ਼ੂ ਆ ਤੇ ਕਿਤੇ ਮਕੈਨੀਕਲ ਇਸ਼ੂ ਆ। ਅੱਜ ਵੀ ਲਗਭਗ ਉਹੀ ਦਿਨ ਰਿਹਾ, ਅੱਜ ਸਵੇਰੇ ਹੀ ਸੂਚਨਾ ਆ ਗਈ ਸੀ ਤੇ ਇਹਦਾ ਅਸਰ ਜਿਹੜਾ ਆ ਕੱਲ੍ਹ ਤੇ ਵੀ ਪੈ ਸਕਦਾ, ਯਾਨੀ ਕਿ ਸ਼ੁੱਕਰਵਾਰ ਸਵੇਰ ਵਾਲੀਆਂ ਫੈਰੀਆਂ ਤੇ ਵੀ ਅਸਰ ਪੈ ਸਕਦਾ। ਆਪਣਾ ਪਲਾਨ ਚੰਗੀ ਤਰ੍ਹਾਂ ਦੇਖ ਕੇ ਜਿਹੜਾ ਜਾਓ। ਮਾਮਲਾ ਇਹ ਹੋਇਆ ਕਿ BC ਫੈਰੀ ਇਸ ਵੇਲੇ ਕਹਿ ਰਹੇ, ਅੱਜ ਉਹਨਾਂ ਨੇ ਦੱਸਿਆ ਕਿ ਜਿਹੜੀ ਕੁਈਨ ਆਫ ਅਲਬਰਨੀ ਆ ਉਸ ਫੈਰੀ ਨੂੰ ਉਹਨਾਂ ਨੂੰ ਬਾਹਰ ਕੱਢਣਾ ਪਿਆ ਕੁਝ ਮਕੈਨੀਕਲ ਇਸ਼ੂਜ਼ ਕਰਕੇ, ਜਿਹਨੇ ਨੈਮੋ ਤੇ ਵੈਸਟ ਵੈਨਕੂਵਰ ਦੇ ਵਿਚਕਾਰ ਜਾਣਾ ਸੀ। ਰਿਪੇਅਰ ਦੱਸਦੇ ਆ ਕਿ ਕਾफ़ी ਸਿਗਨੀਫਿਕੈਂਟ ਹੈ, ਦਾ ਮਤਲਬ ਟਾਈਮ ਕਾफ़ੀ ਲੱਗ ਸਕਦਾ ਤੇ ਬਹੁਤ ਸਾਰੇ ਚਾਂਸਿਸ ਆ ਕਿ ਕੱਲ੍ਹ ਨੂੰ ਸ਼ੁੱਕਰਵਾਰ ਨੂੰ ਵੀ ਇਸ ਜਿਹੜਾ ਫੈਰੀ ਦੇ ਉੱਤੇ ਅਸਰ ਪਵੇ, ਇੰਪੈਕਟ ਇਹਦੇ ਉੱਤੇ ਹੋਣਾ ਲਾਜ਼ਮੀ ਦੱਸਿਆ ਜਾ ਰਿਹਾ। ਸੀਜ਼ਨ ਬਹੁਤ ਬਿਜ਼ੀ ਆ ਕਿਉਂਕਿ ਕੈਨੇਡਾ ਡੇ ਆ ਰਿਹਾ, ਲੌਂਗ ਵੀਕਐਂਡ ਆ, ਬਹੁਤ ਸਾਰੇ ਲੋਕਾਂ ਨੇ ਜਾਣਾ। ਜਿਹੜੀਆਂ ਅਲਟਰਨੇਟਿਵ ਸੇਲਿੰਗਸ ਆ ਉਹ ਵੀ ਫੁੱਲੀ ਬੁੱਕਡ ਨੇ ਇਸ ਵੇਲੇ। ਪੈਸੰਜਰਸ ਜਿਹੜੇ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਖਾਸ ਤੌਰ ਦੇ ਉੱਤੇ ਚੈੱਕ ਕਰੋ ਜਦੋਂ ਆਉਣਾ ਆ। ਅੱਜ 30 ਜੂਨ ਨੂੰ ਜਾਣੀ ਕਿ ਜਿਹੜੀਆਂ ਇਹ ਕੁਈਨ ਆਫ ਅਲਬਰਨੀ ਦੀਆਂ ਸੇਲਿੰਗ ਸੀਗੀਆਂ ਕੈਂਸਲ ਹੋਈਆਂ ਤੇ ਕੱਲ੍ਹ ਨੂੰ ਵੀ ਇਹਨੂੰ ਜਾਣ ਤੋਂ ਪਹਿਲਾਂ ਡਬਲ ਚੈੱਕ ਕਰ ਲਿਆ ਜਾਵੇ ਕਿਉਂਕਿ ਇਹ ਕੱਲ੍ਹ ਨੂੰ ਵੀ ਕੈਂਸਲ ਹੋ ਸਕਦੀਆਂ। 7:40 ਤੇ ਸਵੇਰੇ ਜਿਹੜੀ ਡਿਪਾਰਚਰ ਸੀਗੀ ਇਹਦੀ ਇਹਦੇ ਉੱਤੇ ਉਹ ਫਿਰ 10 ਵਜੇ ਹੌਰਸ਼ੂ ਬੇ ਦੇ ਲਈ, ਫਿਰ ਜਿਹੜੀ 12:25 ਤੇ ਫਿਰ 2:45 ਤੇ ਫਿਰ 5 ਵਜੇ 7:20 9:30 11:40 ਤੱਕ ਇਹ ਸਾਰੀਆਂ ਸੇਲਿੰਗਸ ਜਿਹੜੀਆਂ ਅੱਜ ਇਸ ਰੂਟ ਦੇ ਉੱਤੇ ਕੈਂਸਲ ਕੀਤੀਆਂ ਗਈਆਂ। ਦੂਜੀਆਂ ਜਿਹੜੀਆਂ ਸੇਲਿੰਗ ਸੀਗੀਆਂ ਇਸ ਰੂਟ ਦੇ ਉੱਤੇ ਉਹ ਆਪਣੇ ਸਕੈਜੂਲ ਦੇ ਅਨੁਸਾਰ ਹੀ ਚੱਲੀਆਂ ਤੇ ਸਲਾਹ ਦਿੱਤੀ ਜਾ ਰਹੀ ਆ ਕਿ ਇਨਫੋਰਮੇਸ਼ਨ ਕੋਈ ਵੀ ਬੁਕਿੰਗ ਦੇ ਸੰਬੰਧੀ, ਕੈਂਸਲੇਸ਼ਨ ਦੇ ਸੰਬੰਧੀ ਜਿਹੜੀ ਤੁਸੀਂ BC ਫੈਰੀਜ਼ ਦੀ ਵੈਬਸਾਈਟ ਦੇ ਉੱਤੇ ਜਾ ਕੇ ਦੇਖ ਸਕਦੇ ਹੋ। ਹੁਣ ਮਾਮਲਾ ਬਹੁਤ ਗੰਭੀਰ ਆ ਕਿਉਂਕਿ ਟੂਰਿਜ਼ਮ ਦਾ ਇਸ ਵੇਲੇ ਟੂਰਿਜ਼ਮ ਦੀ ਬਹੁਤ ਲੋੜ ਆ ਹਰ ਇੱਕ ਸਿਟੀ ਨੂੰ ਤੇ ਆ ਇਸ ਵੇਲੇ ਉਹ ਪੂਰਾ ਸਮਾਂ ਆ ਜਿੱਥੇ ਸਭ ਤੋਂ ਵੱਧ ਟੂਰਿਸਟ ਆਉਂਦੇ ਆ। ਨਨੈਮੋ ਦੇ ਮੇਅਰ ਨੇ ਇਸ ਗੱਲ ਦੇ ਉੱਤੇ ਚਿੰਤਾ ਪ੍ਰਗਟ ਕੀਤੀ ਆ। ਉਹ ਕਹਿੰਦੇ ਵੀ ਜੇ ਫੈਰੀਆਂ ਦਾ ਇਹੀ ਹਾਲ ਰਿਹਾ ਤਾਂ ਸਾਡੀ ਇਕੋਨਮੀ ਦੇ ਉੱਤੇ ਤੇ ਸਾਡੀ ਕਮਿਊਨਿਟੀ ਦੇ ਉੱਤੇ ਬਹੁਤ ਵੱਡਾ ਅਸਰ ਪਊਗਾ। ਉਹ ਕਹਿੰਦੇ ਅਸੀਂ ਡਰਦੇ ਹਾਂ ਵੀ ਲੋਕ ਇੱਕ ਵਾਰੀ ਜਦੋਂ ਫੈਰੀ ਦਾ ਯਕੀਨ ਹੀ ਕੋਈ ਨਹੀਂ ਵੀ ਇਹ ਜਾਣੀ ਹੈ ਕਿ ਨਹੀਂ ਜਾਣੀ ਤੇ ਕੈਂਸਲ ਹੋ ਜਾਣੀ ਆ, ਲੋਕ ਬੁੱਕ ਨਹੀਂ ਕਰਨਗੇ ਤੇ ਲੋਕ ਉੱਥੇ ਮਨੀ ਸਪੈਂਡ ਨਹੀਂ ਕਰਨਗੇ। ਇਸ ਕਰਕੇ ਕਿਹਾ ਜਾ ਰਿਹਾ ਕਿ ਇਹਨੂੰ ਜਿੰਨੀ ਜਲਦੀ ਹੋ ਸਕਦਾ ਠੀਕ ਠਾਕ ਕੀਤਾ ਜਾਵੇ ਕਿ ਰਿਲਾਇਬਲ ਸਰਵਿਸ ਇਹਨਾਂ ਫੈਰੀਜ਼ ਦੀ ਚਾਹੀਦੀ ਆ ਔਰ ਇਹ ਬਹੁਤ ਇੰਪੋਰਟੈਂਟ ਆ ਕਿ ਇਹ ਫੈਰੀਜ਼ ਆਪਣੇ ਟਾਈਮ ਦੇ ਉੱਤੇ ਚੱਲਣ। ਇਸ਼ੂ ਕਈ ਆ ਰਹੇ, ਕਈ ਵਾਰੀ ਜਿਹੜੀ ਮਕੈਨੀਕਲ ਇਸ਼ੂ ਆ ਜਾਂਦਾ ਤੇ ਕਈ ਵਾਰੀ ਸਟਾਫ ਦਾ ਇਸ਼ੂ ਵੀ ਆ ਜਾਂਦਾ। ਪਿਛਲੇ ਸਮੇਂ ਦੇ ਵਿੱਚ ਸਟਾਫ ਦਾ ਬਹੁਤ ਵੱਡਾ ਇਸ਼ੂ ਆਇਆ ਹੈ। ਇਹਨਾਂ ਨੇ ਲਗਾਤਾਰ ਹਾਇਰ ਕੀਤਾ, ਜਨਵਰੀ ਦੇ ਵਿੱਚ ਹੀ 500 ਪੋਜੀਸ਼ਨਸ ਦੇ ਉੱਤੇ ਇਹਨਾਂ ਨੇ ਹਾਇਰਿੰਗ ਕੀਤੀ ਸੀ ਜਿਹੜਾ ਕਿ ਇਸ ਕੈਂਸਲੇਸ਼ਨ ਨੂੰ ਰੋਕਣ ਦੇ ਲਈ ਕੀਤੀ ਜਾ ਰਹੀ ਸੀ। ਸਟਰਗਲ ਕਰ ਰਿਹਾ ਲਗਾਤਾਰ ਹੀ ਕੈਂਸਲੇਸ਼ਨ ਦੇ ਲਈ ਕਿਉਂਕਿ ਸਟਾਫ ਨਹੀਂ ਆ ਤੇ ਪੈਂਡੈਮਿਕ ਤੋਂ ਬਾਅਦ ਇਸ ਸਟਾਫ ਦੀ ਸ਼ਾਰਟੇਜ ਇਕੱਲੇ BC ਦੀਆਂ ਫੈਰੀਜ਼ ਦੇ ਉੱਤੇ ਨਹੀਂ ਰਹੀ, ਪੂਰੀ ਦੁਨੀਆ ਦੇ ਉੱਤੇ ਜਿਹੜੇ ਪ੍ਰੋਫੈਸ਼ਨਲ ਮਰੀਨਰਸ ਨੇ ਉਹਨਾਂ ਦੇ ਉੱਤੇ ਪਈ ਆ। ਭਾਵ ਜਿਹੜੇ ਇਹਨਾਂ ਸ਼ਿਪਸ ਨੂੰ, ਇਹਨਾਂ ਜਹਾਜ਼ਾਂ ਨੂੰ ਚਲਾਉਣ ਵਾਲੇ ਜਿਹੜੇ ਇੰਜੀਨੀਅਰ ਨੇ ਉਹਨਾਂ ਦੀ ਕਮੀ ਪੂਰੀ ਦੁਨੀਆ ਦੇ ਵਿੱਚ ਦੱਸੀ ਜਾ ਰਹੀ ਹੈ। ਹਜੇ ਵੀ ਕਹਿੰਦੇ ਉਹਨਾਂ ਨੂੰ ਪਿੱਛੇ ਜੇ 100 ਵੈਕੈਂਸੀ ਹੋਰ ਚਾਹੀਦੀ ਸੀ ਕਈ ਪੋਜੀਸ਼ਨ ਦੇ ਉੱਤੇ ਤਾਂ ਕਿ ਇਹਨੂੰ ਠੀਕ ਠਾਕ ਚਲਾਇਆ ਜਾ ਸਕੇ। ਜਿਹੜੇ ਇਹਨਾਂ ਦੇ ਸਪੋਕਸਪਰਸਨ ਨੇ ਉਹ ਦੱਸ ਰਹੇ ਆ ਕਿ ਅਸੀਂ ਲਗਾਤਾਰ ਰਿਕਰੂਟਮੈਂਟ ਕਰ ਰਹੇ ਹਾਂ, ਲੋਕਾਂ ਨੂੰ ਭਰਤੀ ਕਰ ਰਹੇ ਹਾਂ ਤਾਂ ਕਿ ਇਹਨੂੰ ਚਲਾਇਆ ਜਾਵੇ। 300 ਜਿਹੜੀਆਂ ਸੀਜ਼ਨਲ ਪੋਜੀਸ਼ਨ ਇਹਨਾਂ ਨੇ ਰੱਖੀਆਂ ਉਹ ਹਾਇਰ ਕੀਤਾ ਆ ਤੇ ਅਸੀਂ ਇਹਨੂੰ ਚਾਹੁੰਦੇ ਹਾਂ ਕਿ ਟ੍ਰੈਫਿਕ ਜਿਹੜਾ ਜਿੱਦਾਂ ਪ੍ਰੀ ਪੈਂਡੈਮਿਕ ਦੇ ਵਿੱਚ ਸੀਗਾ ਪਹਿਲਾਂ ਚੱਲਦਾ ਸੀ ਉਸੇ ਤਰ੍ਹਾਂ ਇਹ ਐਸੀ ਤਰ੍ਹਾਂ ਰਹੇ। ਮਾਮਲਾ ਵੱਡਾ ਇਹ ਵੀ ਸਾਹਮਣੇ ਆ ਰਿਹਾ ਕਿ ਜਿਹੜਾ ਕ੍ਰਿਊ ਦੀ ਅਕਮੋਡੇਸ਼ਨ ਕਿੱਥੇ ਆ, ਹਾਊਸਿੰਗ ਦੀ ਜਿਹੜੀ ਪ੍ਰੋਬਲਮ ਆ ਉਹ ਇੱਕ ਵੱਡਾ ਕਾਰਨ ਬਣ ਗਈ ਇਹਨਾਂ ਕੈਂਸਲੇਸ਼ਨ ਦੇ ਵਿੱਚ। ਹਾਲਾਂਕਿ ਸਿੱਧਾ ਸੰਬੰਧ ਕੋਈ ਨਹੀਂ ਜੜਦਾ ਪਰ ਟੇਢਾ ਸੰਬੰਧ ਇਹ ਆ ਕਿ ਜਿਹੜੇ ਬੰਦੇ ਨੇ ਇੱਥੇ ਆ ਕੇ ਵੈਨਕੂਵਰ ਦੇ ਵਿੱਚ ਰਹਿਣਾ ਹੈ, ਵੈਨਕੂਵਰ ਦੇ ਵਿੱਚ ਰਹਿਣਾ ਹੀ ਇੰਨਾ ਮਹਿੰਗਾ ਹੈ, ਉਹਨੂੰ ਘਰ ਹੀ ਇੰਨਾ ਮਹਿੰਗਾ ਮਿਲ ਰਿਹਾ, ਉਹਨੂੰ ਰੈਂਟ ਹੀ ਇੰਨਾ ਮਹਿੰਗਾ ਦੇਣਾ ਪੈ ਰਿਹਾ ਕਿ ਕੋਈ ਇੱਥੇ ਆ ਕੇ ਰਾਜੀ ਨਹੀਂ ਤੇ ਉਹਦਾ ਸਿੱਧਾ ਅਸਰ ਇਹਨਾਂ BC ਫੈਰੀਜ਼ ਦੀ ਕੈਂਸਲੇਸ਼ਨ ਦੇ ਉੱਤੇ ਤੇ ਇਹਨਾਂ ਦੀ ਸੇਲਿੰਗ ਦੇ ਉੱਤੇ ਪੈ ਰਿਹਾ। ਹਾਊਸਿੰਗ ਦਾ ਇਸ਼ੂ, ਕਿੰਨਾ ਚਿਰ ਉੱਥੇ ਰਹਿੰਦੇ ਆ, ਕਿੱਦਾਂ ਰਹਿੰਦੇ ਆ
ਇਹ ਇੱਕ ਬਹੁਤ ਵੱਡਾ ਮਸਲਾ ਇਸ ਵੇਲੇ ਜਿਹੜਾ ਆ ਰਿਹਾ, ਜਿਹਦੇ ਕਰਕੇ ਫੈਰੀਜ਼ ਕੈਂਸਲ ਹੋ ਰਹੀਆਂ। ਕੈਨੇਡਾ ਦੇ ਵਿੱਚ ਹੁਣ ਜਿਹੜੀਆਂ ਕੰਪਨੀਆਂ ਆ ਉਹਨਾਂ ਨੂੰ ਨਿਊਟ੍ਰੀਸ਼ਨ ਵਾਰਨਿੰਗ ਜਿਹੜੇ ਪ੍ਰੀ ਪੈਕਡ ਫੂਡ ਨੇ ਉਹਨਾਂ ਦੇ ਉੱਤੇ ਦੇਣੀ ਪਊਗੀ। ਨਿਊਟ੍ਰੀਸ਼ਨ ਦੀ ਇਨਫੋਰਮੇਸ਼ਨ ਇਹ ਕਿ ਇਹਦੇ ਵਿੱਚ ਕਿੰਨੀ ਸੈਚੂਰੇਟਡ ਫੈਟ ਆ, ਕਿੰਨੀ ਸ਼ੂਗਰ ਆ, ਕਿੰਨਾ ਸੋਡੀਅਮ ਆ, 2026 ਤੋਂ ਲੈ ਕੇ ਤੁਸੀਂ ਜਦੋਂ ਕੋਈ ਵੀ ਪੈਕਟ ਚੁੱਕਦੇ ਹੋ, ਪੈਕਟ ਦੇ ਉੱਤੇ ਉਹਦੇ ਵਿੱਚ ਇਨਗਰੀਡੀਐਂਟਸ ਲਿਖੇ ਹੁੰਦੇ ਆ, ਉਹਦੇ ਵੱਖ-ਵੱਖ ਜਿਹੜੀ ਉਹਦੀ ਨਿਊਟ੍ਰੀਸ਼ਨਲ ਵੈਲਿਊ ਆ ਉਹ ਲਿਖੀ ਹੁੰਦੀ ਆ। ਖਾਸ ਤੌਰ ਦੇ ਉੱਤੇ ਇਹਦੇ ਵਿੱਚ ਸ਼ੂਗਰ ਕਿੰਨੀ ਆ, ਤੇ ਹੁਣ ਇਹਦੇ ਨਾਲ ਸ਼ੂਗਰ, ਸੋਡੀਅਮ ਤੇ ਸੈਚੂਰੇਟਡ ਫੈਟ ਦੀ ਇਨਫੋਰਮੇਸ਼ਨ ਉਸ ਪੈਕਟ ਦੇ ਉੱਤੇ ਹੋਣੀ ਲਾਜ਼ਮੀ ਆ। ਜਿਹੜਾ ਗਰਾਊਂਡ ਮੀਟ ਆ ਉਹਨੂੰ ਇਹਦੇ ਵਿੱਚੋਂ ਐਗਜ਼ੈਂਪਟ ਕਰ ਦਿੱਤਾ ਗਿਆ ਆ ਇਸ ਲੇਵਲਸ ਤੋਂ, ਤੇ ਪਰ ਪਿਛਲੇ ਸਮੇਂ ਦੇ ਵਿੱਚ ਬਹੁਤ ਵੱਡੀ ਕੰਟਰੋਵਰਸੀ ਵੀ ਬਣੀ ਸੀ ਕਿ ਗਰਾਊਂਡ ਮੀਟ ਦੇ ਉੱਤੇ ਲੇਬਲਿੰਗ ਲੱਗਣੀ ਆ ਜਾਂ ਨਹੀਂ ਲੱਗਣੀ। ਸਰਕਾਰ ਕਹਿ ਰਹੀ ਆ ਕਿ ਇਹਦਾ ਮਤਲਬ ਇਹ ਆ ਕਿ ਜਿਹੜੇ ਕੈਨੇਡੀਅਨਸ ਨੇ ਉਹ ਆਪਣੀ ਚੰਗੀ ਚੋਇਸ ਬਣਾ ਸਕਣ, ਕਿ ਉਹਨਾਂ ਨੂੰ ਪਤਾ ਹੋਵੇ ਜਿਹੜੀ ਚੀਜ਼ ਅਸੀਂ ਖਾਣ ਲੱਗੇ ਹਾਂ ਇਹਦੇ ਵਿੱਚ ਕਿੰਨਾ ਕੀ ਚੀਜ਼ ਆ, ਤੇ ਜਿਹੜੀਆਂ ਟਾਈਪ 2 ਡਾਇਬਟੀਜ਼ ਆ ਜਾਂ ਕਾਰਡੀਓਵੈਸਕੂਲਰ ਡਿਜ਼ੀਜ਼ਸ ਨੇ, ਦਿਲ ਦੀਆਂ ਬਿਮਾਰੀਆਂ ਨੇ, ਉਹਨਾਂ ਤੋਂ ਬਚਿਆ ਜਾ ਸਕੇ। ਜਿੰਨੇ ਲੋਕ ਬਿਮਾਰ ਹੋਣਗੇ ਸਰਕਾਰ ਦਾ ਖਰਚਾ ਓਨਾ ਹੀ ਜ਼ਿਆਦਾ ਹੁੰਦਾ ਤੇ ਓਨੀ ਪ੍ਰੋਡਕਟਿਵਿਟੀ ਦੇਸ਼ ਦੀ ਘਟਦੀ ਆ। ਤੇ ਸਰਕਾਰ ਇਹ ਚਾਹੁੰਦੀ ਆ ਕਿ ਲੋਕ ਸਿਹਤਮੰਦ ਰਹਿਣ ਤੇ ਜੋ ਕੁਝ ਖਾਂਦੇ ਆ ਉਹਨਾਂ ਨੂੰ ਪਤਾ ਹੋਵੇ ਅਸੀਂ ਕੀ ਖਾ ਰਹੇ ਤੇ ਇਹਦਾ ਸਾਡੇ ਸਰੀਰ ਦੇ ਉੱਤੇ ਕੀ ਅਸਰ ਆ। ਇਸ ਕਰਕੇ ਨਾ ਕੰਪਨੀ ਨੂੰ ਖਾਸ ਤੌਰ ਦੇ ਉੱਤੇ ਡਾਇਰੈਕਸ਼ਨ ਦਿੱਤੀ ਗਈ ਹੈ ਕਿ ਤੁਸੀਂ ਹੋਰ ਡਿਟੇਲਡ ਜਿਹੜੀ ਜਾਣਕਾਰੀ ਆ ਸੈਚੂਰੇਟਡ ਫੈਟ ਬਾਰੇ, ਸ਼ੂਗਰ ਬਾਰੇ, ਸੋਡੀਅਮ ਬਾਰੇ ਇਹਦੇ ਉੱਤੇ ਦਿਓ। ਨਵੇਂ ਜਿਹੜੇ ਲੇਬਲ ਹੋਣਗੇ ਉਹ ਉਹਨਾਂ ਨੂੰ ਰਿਪਲੇਸ ਨਹੀਂ ਕਰਨਗੇ, ਸਗੋਂ ਉਹਨਾਂ ਦੇ ਨਾਲ ਹੋਣਗੇ ਜਿਨ੍ਹਾਂ ਦੇ ਉੱਤੇ ਡਿਟੇਲਡ ਨਿਊਟ੍ਰੀਸ਼ਨ ਇਨਫੋਰਮੇਸ਼ਨ ਹੋਊਗੀ। ਖਾਸ ਕਰਕੇ ਜਿਹੜਾ ਟਿਪੀਕਲੀ ਉਹਦੇ ਫੂਡ ਪੈਕਿੰਗ ਦੇ ਪਿਛਲੇ ਪਾਸੇ ਜਿਹੜੇ ਪ੍ਰੀ ਪੈਕਡ ਫੂਡ ਆ ਉਹਨਾਂ ਦੇ ਉੱਤੇ ਲੱਗੂਗੀ 15% ਜਾਣੀ ਸੁਜੈਸਟਡ ਡੇਲੀ ਵੈਲਿਊ ਉਹਦੀ ਸੈਚੂਰੇਟਡ ਫੈਟ ਦੀ, ਸ਼ੂਗਰ ਦੀ ਤੇ ਸੋਡੀਅਮ ਦੀ ਦੱਸੀ ਜਾਊਗੀ। ਗਰਾਊਂਡ ਮੀਟ ਉਸ ਲਿਸਟ ਦੇ ਵਿੱਚ ਆ ਜਿਨ੍ਹਾਂ ਨੂੰ ਇਹਦੇ ਵਿੱਚੋਂ ਬਾਹਰ ਕੱਢਿਆ ਗਿਆ। ਇਹਦੇ ਦੱਸਦੇ ਆ ਕਿ ਜਿਹੜਾ 2026 ਤੋਂ ਇਹ ਸਾਰਾ ਕੁਝ ਲਾਗੂ ਹੋ ਜਾਣਾ। ਹੈਲਥ ਕੈਨੇਡਾ ਜਿਹੜਾ ਇਹ ਵੀ ਲਿਮਿਟ ਕਰ ਰਿਹਾ ਆ ਕਿ ਜਿਹੜੀਆਂ ਹੈਲਥ ਰਿਲੇਟਡ ਇਨਫੋਰਮੇਸ਼ਨ ਆ ਲੇਬਲਸ ਦੇ ਉੱਤੇ ਜਿਹੜੀ ਹਾਈ ਫਾਈਬਰ ਦੇ ਵਿੱਚ ਪ੍ਰੋਕਲੇਮ ਕੀਤੀਆਂ ਜਾ ਰਹੀਆਂ। ਗਰਾਊਂਡ ਮੀਟ ਨੂੰ ਕਿਉਂ ਬਾਹਰ ਕੱਢਿਆ ਜਾ ਰਿਹਾ, ਇਹਦੇ ਉੱਤੇ ਬਹੁਤ ਵੱਡੀ ਗੱਲਬਾਤ ਪਿਛਲੇ ਸਮੇਂ ਦੇ ਵਿੱਚ ਚੱਲੀ ਸੀ। ਜਿਹੜਾ ਮੀਟ ਆ ਇਹ ਬਹੁਤ ਬਰੀਕ ਤਰੀਕੇ ਨਾਲ ਕੱਟਿਆ ਜਾਂ ਗ੍ਰਾਈਂਡ ਕੀਤਾ ਜਾਂ ਚੋਪਿੰਗ ਨਾਈਫ ਦੇ ਨਾਲ ਕੱਟਿਆ ਹੁੰਦਾ। ਜਿਹੜੀ ਇਹਦੀ ਗਰਾਊਂਡ ਮੀਟ ਦੀ ਕਾਮਨ ਟਾਈਪ ਗਰਾਊਂਡ ਬੀਫ ਕਹਿੰਦੇ ਆ, ਪਰ ਕਈ ਕਿਸਮ ਦਾ ਮੀਟ ਇਹਦੇ ਵਿੱਚ ਆ ਜਾਂਦਾ ਆ, ਜਿਹਦੇ ਵਿੱਚ ਪੋਰਕ ਵੀ ਆ, ਲੈਮ ਵੀ ਆ, ਗੋਟ ਮੀਟ ਵੀ ਆ ਤੇ ਪੋਲਟਰੀ ਵੀ ਆ। ਜਿਹੜੇ ਪ੍ਰਪੋਜ਼ਡ ਲੇਬਲ ਆ ਉਹ ਕੰਟਰੋਵਰਸੀ ਦਾ ਮੁੱਦਾ ਇਸ ਕਰਕੇ ਬਣੇ ਸੀ ਕਿ ਜਿਹੜੇ ਗਰੁੱਪ ਆਫ ਰੈਂਚਰਸ ਨੇ ਉਹਨਾਂ ਨੇ ਇਹਦਾ ਵਿਰੋਧ ਕੀਤਾ ਸੀ ਸਰਕਾਰ ਦੇ ਇਸ ਪਲਾਨ ਦਾ, ਗਰਾਊਂਡ ਮੀਟ ਦੇ ਉੱਤੇ ਵਾਰਨਿੰਗ ਦਾ, ਕਿ ਬਾਕੀ ਚੀਜ਼ਾਂ ਦੇ ਉੱਤੇ ਤਾਂ ਲਾ ਲਓ, ਗਰਾਊਂਡ ਮੀਟ ਦੇ ਉੱਤੇ ਨਾ ਲਾ ਲਓ। ਇਸੇ ਕਰਕੇ ਇਹਨੂੰ ਹੁਣ ਉਹਦੇ ਤੋਂ ਬਾਹਰ ਰੱਖਿਆ ਗਿਆ। ਪਰ ਬਾਕੀ ਜਿਹੜੇ ਪ੍ਰੀ ਪੈਕਡ ਫੂਡ ਨੇ ਉਹਨਾਂ ਦੇ ਉੱਤੇ ਇਹਦੀ ਮਾਤਰਾ ਦੱਸਣੀ ਜ਼ਰੂਰੀ ਹੋਊਗੀ ਤਾਂ ਕਿ ਜਦੋਂ ਕੋਈ ਬੰਦਾ ਇਹਨੂੰ ਖਰੀਦਦਾ ਆ ਉਹ ਉਹਨੂੰ ਦੇਖ ਸਕੇ ਤੇ ਉਹਦੇ ਤੋਂ ਬਾਅਦ ਇਹਦੇ ਬਾਰੇ ਪਤਾ ਲੱਗ ਸਕੇ। ਜਿਹੜੀ ਦੱਸਦੇ ਇਹ ਆ ਕਿ ਇਹਦੇ ਵਿੱਚ ਬਹੁਤ ਸਾਰੀ ਸੈਚੂਰੇਟਡ ਫੈਟ ਹੁੰਦੀ ਆ ਜਿਹੜੀ ਤੁਹਾਡੀ ਕੋਲੈਸਟਰੋਲ ਵਧਾਉਂਦੀ ਆ ਤੇ ਮੁੜ ਕੇ ਤੁਹਾਡੇ ਦਿਲ ਦੇ ਲਈ ਉਹ ਸਮੱਸਿਆਵਾਂ ਪੈਦਾ ਕਰਦੀ ਆ। ਤੇ ਅਮਰੀਕਨ ਹਾਰਟ ਐਸੋਸੀਏਸ਼ਨ ਜਿਹੜੀ ਆ ਉਹ ਇਹ ਕਹਿ ਰਹੀ ਆ ਕਿ ਤੁਹਾਨੂੰ ਕੈਨੇਡਾ ਦੇ ਉੱਤੇ ਵੀ ਉਹੀ ਚੀਜ਼ ਲਾਗੂ ਹੁੰਦੀ ਆ ਕਿ ਜਿਹੜੀ ਸੈਚੂਰੇਟਡ ਫੈਟ ਦੀ ਕੰਜ਼ੰਪਸ਼ਨ ਆ ਉਹ ਘੱਟ ਕਰਨੀ ਚਾਹੀਦੀ ਆ ਤੇ ਇਹ ਤੁਹਾਨੂੰ 13 ਗ੍ਰਾਮ ਇੱਕ ਦਿਨ ਦੇ ਵਿੱਚ ਖਾਣੀ ਚਾਹੀਦੀ ਹੈ। ਤੇ ਜੇ ਫੂਡ ਦੇ ਪੈਕਟ ਦੇ ਉੱਤੇ ਲਿਖਿਆ ਆ ਤਾਂ ਤੁਹਾਨੂੰ ਆਪੇ ਪਤਾ ਲੱਗ ਜੂਗਾ ਇਹਦੇ ਵਿੱਚ ਕਿੰਨੀ ਆ ਤੇ ਮੈਂ ਕਿੰਨੀ ਖਾਣੀ ਆ। ਕਰੋਨਾ ਵਾਇਰਸ ਨੇ ਬਹੁਤ ਲੰਬਾ ਸਮਾਂ ਲੋਕਾਂ ਨੂੰ ਵਿਪਤਾ ਵਿੱਚ ਪਾਈ ਰੱਖਿਆ ਤੇ ਅੱਜ ਵਰਲਡ ਹੈਲਥ ਆਰਗੇਨਾਈਜੇਸ਼ਨ ਇਹ ਕਹਿ ਰਹੀ ਆ ਕਿ ਹਜੇ ਵੀ ਕਰੋਨਾ ਵਾਇਰਸ ਗਿਆ ਨਹੀਂ ਤੇ ਨਵੇਂ ਕਰੋਨਾ ਵਾਇਰਸ ਕੇਸਿਸ 18% ਪਿਛਲੇ ਹਫ਼ਤੇ ਦੇ ਵਿੱਚ ਵੱਧ ਗਏ ਆ, ਜਿਹੜੀ ਕਿ ਇੱਕ ਚਿੰਤਾ ਵਾਲੀ ਗੱਲ ਆ। ਤੇ ਜਿਹੜੇ ਡਾਇਰੈਕਟਰ ਜਨਰਲ ਨੇ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ, ਉਹਨਾਂ ਨੂੰ ਇਸ ਮਾਮਲੇ ਦੇ ਉੱਤੇ ਅੱਜ ਬੋਲਣਾ ਪਿਆ। 4.1 ਮਿਲੀਅਨ ਕੇਸਿਸ ਪੂਰੀ ਦੁਨੀਆ ਦੇ ਵਿੱਚ ਰਿਪੋਰਟ ਕੀਤੇ ਗਏ ਆ। ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਡਾਟਾ ਦੱਸ ਰਿਹਾ। ਯੂਐਨ ਹੈਲਥ ਏਜੰਸੀ ਨੇ ਇਹ ਕਿਹਾ ਆ ਕਿ ਲੇਟੈਸਟ ਵੀਕਲੀ ਰਿਪੋਰਟ ਪੈਂਡੈਮਿਕ ਦੇ ਉੱਤੇ ਦੱਸਦੀ ਆ ਕਿ ਵਰਲਡ ਵਾਈਡ ਜਿਹੜੀਆਂ ਮੌਤਾਂ ਨੇ ਉਹ ਲਗਭਗ ਉਨੀਆਂ ਰਹੀਆਂ ਨੇ, ਪਰ 8500 ਦੇ ਕਰੀਬ। ਪਰ ਜਿਹੜਾ ਦੂਜਾ ਇਹਦੇ ਕੋਵਿਡ ਦੇ ਕੇਸਿਸ ਨੇ ਉਹਨਾਂ ਦੇ ਵਿੱਚ ਲਗਾਤਾਰ ਵਾਧਾ ਪਿਛਲੇ ਹਫ਼ਤੇ ਦੇ ਵਿੱਚ ਹੋਇਆ ਤੇ ਬਹੁਤੀਆਂ ਮੌਤਾਂ ਜਿਹੜੀਆਂ ਮਿਡਲ ਈਸਟ, ਸਾਊਥ ਈਸਟ ਏਸ਼ੀਆ ਤੇ ਅਮਰੀਕਾ ਦੇ ਵਿੱਚ ਦੱਸੀਆਂ ਜਾ ਰਹੀਆਂ। ਹੁਣ ਤੱਕ ਦਾ ਸਭ ਤੋਂ ਵੱਡਾ ਇਹ ਕੋਵਿਡ-19 ਦਾ ਵਾਧਾ ਜਿਹੜੇ ਕੇਸ ਦੇਖੇ ਗਏ ਆ ਮਿਡਲ ਈਸਟ ਦੇ ਵਿੱਚ, 47% ਕੇਸ ਉੱਥੇ ਵਧੇ ਆ। ਹੁਣ ਅੰਦਾਜ਼ਾ ਲਾ ਕੇ ਦੇਖ ਲਓ ਕਿ 47% ਵਾਧਾ ਕਿੰਨਾ ਜ਼ਿਆਦਾ ਹੁੰਦਾ ਹੈ। ਜਿਹੜੀ ਰਿਪੋਰਟ ਰਿਲੀਜ਼ ਕੀਤੀ ਆ ਕੱਲ੍ਹ ਬੁੱਧਵਾਰ ਨੂੰ ਇਹ ਰਿਪੋਰਟ ਆਈ ਆ ਵੀ ਇਨਫੈਕਸ਼ਨ 32% ਯੂਰਪ ਦੇ ਵਿੱਚ ਤੇ
ਸਾਊਥ ਈਸਟ ਏਸ਼ੀਆ ਦੇ ਵਿੱਚ ਵਧੀ ਹੈ, 14% ਅਮਰੀਕਾ ਦੇ ਵਿੱਚ ਵਧੀ ਹੈ। ਇਹ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਡਾਟਾ ਦੱਸ ਰਿਹਾ। ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਡਾਇਰੈਕਟਰ ਜਨਰਲ ਟੈਡਰਸ ਗੈਬਰੀਏਸਸ ਉਹਨਾਂ ਨੇ ਦੱਸਿਆ ਕਿ ਕੇਸਿਸ ਜਿਹੜੇ ਆ 110 ਦੇਸ਼ਾਂ ਦੇ ਵਿੱਚ ਕੇਸ ਇਸ ਵੇਲੇ ਉੱਪਰ ਨੂੰ ਵੱਧ ਰਹੇ ਆ, ਤੇ ਖਾਸ ਤੌਰ ਦੇ ਉੱਤੇ ਇਹਨਾਂ ਲਈ ਜ਼ਿੰਮੇਵਾਰ ਆ ਓਮਿਕਰੋਨ ਵੇਰੀਐਂਟ BA.4 ਤੇ BA.5। ਪੈਂਡੈਮਿਕ ਕਹਿੰਦੇ ਬਹੁਤ ਚੈਲੰਜਿੰਗ ਆ ਸਾਡੇ ਲਈ, ਪਰ ਇਹ ਹਜੇ ਤੱਕ ਅੱਗੇ ਨਹੀਂ ਗਈ। ਕੋਵਿਡ-19 ਦਾ ਜੈਨੇਟਿਕ ਐਵੋਲੂਸ਼ਨ ਹੋਈ ਜਾਂਦਾ ਆ। ਇਹ ਵੀ ਇੱਕ ਖਤਰੇ ਵਾਲੀ ਗੱਲ ਆ ਕਿ ਕੱਲ੍ਹ ਨੂੰ ਇਹਦਾ ਕੋਈ ਹੋਰ ਰੂਪ ਸਾਹਮਣੇ ਨਾ ਆ ਜਾਵੇ। ਜਿਹੜੇ ਦੇਸ਼ ਨੇ ਜਿਨ੍ਹਾਂ ਦੇ ਵਿੱਚ ਇਮੂਨਾਈਜੇਸ਼ਨ ਨਹੀਂ ਹੋਈ, ਉਹ ਕਾਫੀ ਇਹਦੇ ਲਈ ਨਾਜ਼ੁਕ ਦੱਸੇ ਜਾ ਰਹੇ ਆ ਪਾਪੂਲੇਸ਼ਨ ਦੇ ਲਈ। ਉਹਨਾਂ ਦੇ ਲਈ ਜ਼ਿਆਦਾ ਖਤਰਾ ਹੈ ਜਿੱਥੇ ਵੈਕਸੀਨ ਦੀਆਂ ਸਾਰੀਆਂ ਡੋਜ਼ਸ ਨਹੀਂ ਲੱਗੀਆਂ। ਜਿਹੜੇ ਅਮੀਰ ਦੇਸ਼ ਸੀਗੇ ਉਹਨਾਂ ਦੇ ਵੈਕਸੀਨੇਸ਼ਨ ਬੱਚਿਆਂ ਨੂੰ ਵੀ ਲਾਉਣੀ ਸ਼ੁਰੂ ਕਰ ਦਿੱਤੀ ਆ। 6 ਮਹੀਨੇ ਦੇ ਬੱਚੇ ਨੂੰ ਵੀ ਹੁਣ ਵੈਕਸੀਨ ਲੱਗਣ ਲੱਗ ਪਈ ਆ। ਤੇ ਦੂਜੇ ਪਾਸੇ ਬਹੁਤ ਸਾਰੇ ਦੇਸ਼ ਇਹੋ ਜਿਹੇ ਆ ਜਿੱਥੇ ਹਜੇ ਤੱਕ ਵੱਡੇ ਲੋਕਾਂ ਨੂੰ ਵੀ ਵੈਕਸੀਨ ਪੂਰੀ ਤਰ੍ਹਾਂ ਨਹੀਂ ਲੱਗੀ। ਤੇ ਜਿਹੜੇ 2.1 ਬਿਲੀਅਨ ਵੈਕਸੀਨ ਦੀ ਪ੍ਰੋਮਿਸ ਕੀਤਾ ਸੀ ਕਿ ਇਹਨਾਂ ਗਰੀਬ ਦੇਸ਼ਾਂ ਨੂੰ ਦਿੱਤਾ ਜਾਣਾ, 7 ਵੱਡੇ ਜਿਹੜੇ ਦੇਸ਼ ਨੇ ਉਹਨਾਂ ਵੱਲੋਂ ਇਹ ਪ੍ਰੋਮਿਸ ਕੀਤਾ ਗਿਆ ਸੀ। ਇਸ ਮਹੀਨੇ ਤੋਂ ਪਹਿਲਾਂ, ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਯੂਨਾਈਟਿਡ ਸਟੇਟਸ ਨੇ ਕੋਵਿਡ-19 ਵੈਕਸੀਨ ਨੂੰ ਬੱਚਿਆਂ ਦੇ ਲਈ ਆਥੋਰਾਈਜ਼ ਕਰ ਦਿੱਤਾ ਸੀ। ਜਿਹੜੇ ਸਕੂਲ ਤੋਂ ਜਾਣ ਤੋਂ ਵੀ ਪਹਿਲੇ ਬੱਚੇ ਨੇ ਉਹਨਾਂ ਦੇ ਲਈ ਵੀ ਇਹ ਐਲਾਨ ਕਰ ਦਿੱਤਾ ਗਿਆ ਸੀ। ਇੱਕ ਵਾਰੀ ਫੇਰ ਕੋਵਿਡ ਦੇ ਕੇਸਾਂ ਵਿੱਚ ਵਾਧਾ ਚਿੰਤਾ ਜ਼ਰੂਰ ਪੈਦਾ ਕਰ ਰਿਹਾ। ਪਹਿਲੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਆ ਕਿ ਜਿਹੜੀਆਂ ਸੇਲਿੰਗਸ ਨੇ BC ਫੈਰੀਜ਼ ਦੀਆਂ ਉਹ ਕੈਂਸਲ ਹੋ ਰਹੀਆਂ, ਤੇ ਲਗਭਗ ਰੋਜ਼ ਹੀ ਇੱਦਾਂ ਦੀ ਖਬਰ ਸਾਹਮਣੇ ਆ ਜਾਂਦੀ ਹੈ। ਦੂਜੀ ਖਬਰ ਜਿਹੜੀ ਲਗਭਗ ਰੋਜ਼ ਹੀ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਹਾਂ ਉਹ ਹੈਗੀਆਂ ਫਲਾਈਟਸ ਬਾਰੇ ਕਿ ਫਲਾਣੇ ਥਾਂ ਦੇ ਉੱਤੇ ਫਲਾਈਟ ਲੇਟ ਹੋ ਗਈ, ਫਲਾਣੇ ਥਾਂ ਦੇ ਉੱਤੇ ਫਲਾਈਟ ਕੈਂਸਲ ਹੋ ਗਈ, ਤੇ ਫਲਾਣੇ ਥਾਂ ਦੇ ਉੱਤੇ ਸਮਾਨ ਗੁਆਚ ਗਿਆ। ਉਹਦੇ ਸੰਬੰਧੀ ਅੱਜ ਏਅਰ ਕੈਨੇਡਾ ਨੇ ਇੱਕ ਜਿਹੜੀ ਬਿਆਨ ਦਿੱਤਾ, ਇੱਕ ਗੱਲਬਾਤ ਦੱਸੀ ਆ ਕਿ ਜੁਲਾਈ ਤੇ ਅਗਸਤ ਦੇ ਵਿੱਚ ਉਹ ਕਹਿੰਦੇ ਅਸੀਂ ਜਿਹੜੀਆਂ ਫਲਾਈਟਸ ਆ ਉਹਨਾਂ ਨੂੰ ਕੱਟ ਕਰ ਦੇਵਾਂਗੇ, ਇਹਨਾਂ ਨੂੰ ਘਟਾ ਦੇਵਾਂਗੇ, ਕਿਉਂਕਿ ਸਾਡੇ ਕੋਲ ਬੰਦੇ ਪੂਰੇ ਨਹੀਂ ਆ। ਅਸੀਂ ਇੰਡਸਟਰੀ ਦੇ ਵਿੱਚ ਉਸੇ ਤਰੀਕੇ ਨਾਲ ਕਹਿੰਦੇ ਨਹੀਂ ਰਹਿ ਸਕਦੇ। ਆਪਣੇ ਆਪਰੇਸ਼ਨ, ਸਾਡੀ ਐਬਿਲਿਟੀ, ਉਹ ਸਾਰਾ ਕੁਝ ਦੇਖ ਕੇ ਅਸੀਂ ਇਹਨਾਂ ਨੂੰ ਘਟਾ ਰਹੇ ਹਾਂ। ਤੇ ਕਪੈਸਿਟੀ ਸਮਰ ਟਰੈਵਲ ਦੇ ਲਈ ਇਹਨੂੰ ਘਟਾ ਦੇਣਗੇ। ਹੁਣ ਜਦੋਂ ਪੈਂਡੈਮਿਕ ਤੋਂ ਬਾਅਦ ਰਿਸਟ੍ਰਿਕਸ਼ਨਸ ਚੱਕੀਆਂ ਗਈਆਂ, ਲੋਕਾਂ ਦਾ ਆਉਣਾ ਜਾਣਾ ਵੱਧ ਗਿਆ। ਇੱਕ ਜਿਹੜੀ ਸਟੇਟਮੈਂਟ ਉਹਨਾਂ ਦੀ ਆਈ ਆ, ਉਹ ਸਟੇਟਮੈਂਟ ਦੇ ਵਿੱਚ ਏਅਰ ਕੈਨੇਡਾ ਦੇ ਸਪੋਕਸ ਪਰਸਨ ਨੇ ਇਹ ਜਾਣਕਾਰੀ ਦਿੱਤੀ ਆ। ਉਹ ਕਹਿੰਦੇ ਅਸੀਂ ਲਗਭਗ 154 ਫਲਾਈਟਾਂ ਰੋਜ਼ ਘਟਾ ਦਿਆਂਗੇ, ਕੱਟ ਕਰ ਦਿਆਂਗੇ ਵੀ ਇੰਨੀਆਂ ਫਲਾਈਟਾਂ ਅਸੀਂ ਚਲਾਉਣੀਆਂ ਹੀ ਨਹੀਂ ਆ ਜੁਲਾਈ ਤੇ ਅਗਸਤ ਦੇ ਮਹੀਨੇ ਵਿੱਚ। ਇਹ ਉਹ ਸਮਾਂ ਆ ਜਦੋਂ ਲੋਕ ਸਭ ਤੋਂ ਵੱਧ ਟਰੈਵਲ ਕਰਦੇ ਆ। ਇਹਦੇ ਤੋਂ ਪਹਿਲਾਂ ਏਅਰ ਕੈਨੇਡਾ ਇਹ ਦੱਸਦੀ ਆ ਕਿ ਇਹ ਲਗਭਗ ਰੋਜ਼ 1000 ਕੁ ਫਲਾਈਟ ਇਹਨਾਂ ਦੀ ਇੱਕ ਦਿਨ ਦੇ ਵਿੱਚ ਉੱਡਦੀ ਆ, ਤੇ ਉਹਦੇ ਵਿੱਚੋਂ ਇਹ ਕਹਿੰਦੇ 154 ਅਸੀਂ ਹੁਣ ਕੱਟ ਕਰਨ ਲੱਗੇ ਵੀ ਇਹ ਫਲਾਈਟਾਂ ਅਸੀਂ ਚਲਾਉਣੀਆਂ ਹੀ ਨਹੀਂ ਆ, ਜਿਹੜੀਆਂ ਬਹੁਤ ਸਾਰੇ। ਹਾਲਾਂਕਿ ਇਹਦਾ ਵੱਡਾ ਅਸਰ ਡੋਮੈਸਟਿਕ ਫਲਾਈਟਸ ਦੇ ਉੱਤੇ ਹੋਊਗਾ, ਜਿਹੜੀਆਂ ਇੰਟਰਨੈਸ਼ਨਲ ਫਲਾਈਟਸ ਆ ਉਹਨਾਂ ਦੇ ਉੱਤੇ ਇੰਨਾ ਅਸਰ ਸ਼ਾਇਦ ਨਾ ਹੋਵੇ। ਤੇ ਜਿਹੜੇ ਸਭ ਤੋਂ ਵੱਧ ਜਿਨ੍ਹਾਂ ਦੇ ਉੱਤੇ ਅਸਰ ਹੋਣਾ ਉਹ ਜਿਹੜੇ ਰੂਟ ਦੱਸੇ ਜਾ ਰਹੇ ਆ ਟੋਰਾਂਟੋ ਮੌਂਟਰੀਅਲ ਏਅਰਪੋਰਟ ਤੇ ਇਹਦੇ ਨਾਲ ਕਹਿੰਦੇ ਫਰੀਕੁਐਂਸੀ ਫਲਾਈਟ ਦੀ ਘਟ ਜੂਗੀ, ਵੀ ਜਿੰਨੀਆਂ ਫਲਾਈਟਾਂ ਉੱਡਦੀਆਂ ਆ ਜੇ ਪਹਿਲਾਂ ਜ਼ਿਆਦਾ ਆ ਤਾਂ ਉਹਨਾਂ ਨੂੰ ਘੱਟ ਕਰ ਦਿੱਤਾ ਜਾਊਗਾ। ਜਿਹੜੀਆਂ ਖਾਸ ਕਰ ਈਵਨਿੰਗ ਵਾਲੀਆਂ ਤੇ ਲੇਟ ਨਾਈਟ ਫਲਾਈਟਸ ਹੈਗੀਆਂ ਉਹਨਾਂ ਦੇ ਉੱਤੇ ਇਹਦਾ ਅਸਰ ਪਊਗਾ। ਇਹ ਵੀ ਉਹਨਾਂ ਨੇ ਦੱਸਿਆ ਕਿ ਏਅਰਲਾਈਨ ਟੈਂਪਰੇਰੀਲੀ ਕੁਝ ਰੂਟਸ ਸਸਪੈਂਡ ਵੀ ਕਰ ਰਹੀ ਆ, ਜਿਵੇਂ ਮੌਂਟਰੀਅਲ ਤੇ ਪੀਟਰਸਬਰਗ ਦਾ ਹੈਗਾ ਆ, ਬਾਲਟੀਮੋਰ ਤੇ ਕਲੋਨਾ ਦਾ, ਟੋਰਾਂਟੋ ਤੇ ਫੋਰਟ ਮੈਕਮਰੀ ਦਾ। ਇੰਟਰਨੈਸ਼ਨਲ ਫਲਾਈਟਸ ਮੋਸਟਲੀ ਅਨਅਫੈਕਟਡ ਰਹਿਣਗੀਆਂ, ਉਹਨਾਂ ਦੇ ਉੱਤੇ ਅਸਰ ਨਹੀਂ ਪੈਣਾ, ਪਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਤਰ੍ਹਾਂ ਆਪਰੇਸ਼ਨਲ ਸਟੇਬਿਲਿਟੀ ਲਿਆਂਦੀ ਜਾਵੇ, ਸਾਰਾ ਕੁਝ ਠੀਕ ਠਾਕ ਹੋ ਜਾਵੇ। ਪਰ ਕਿਉਂਕਿ ਸਟਾਫ ਦੀ ਸ਼ਾਰਟੇਜ ਆ, ਹੋਰ ਕਈ ਜਿਹੜੇ ਮਸਲੇ ਸਾਹਮਣੇ ਆ ਰਹੇ ਆ, ਜਿਹਦੇ ਕਰਕੇ ਹੁਣ ਉਹਨਾਂ ਨੇ ਫੈਸਲਾ ਕੀਤਾ ਏਅਰ ਕੈਨੇਡਾ ਕਿ ਅਸੀਂ ਫਲਾਈਟਸ ਘਟਾ ਰਹੇ ਹਾਂ। ਰੀਸੈਂਟ ਡਾਟਾ ਇਹ ਦੱਸ ਰਿਹਾ ਕਿ ਸਮਰ ਦੇ ਵਿੱਚ ਟਰੈਵਲ ਸੀਜ਼ਨ ਦੇ ਵਿੱਚ ਅੱਧੇ ਤੋਂ ਜ਼ਿਆਦਾ ਫਲਾਈਟਾਂ ਜਿਹੜੀਆਂ ਕੈਨੇਡਾ ਦੇ ਵਿੱਚ ਮੇਜਰ ਏਅਰਪੋਰਟਸ ਦੇ ਉੱਤੇ ਜਾਂ ਤਾਂ ਕੈਂਸਲ ਹੋਈਆਂ ਆਉਣ ਵਾਲੀਆਂ ਤੇ ਜਾਣ ਵਾਲੀਆਂ, ਜਾਂ ਉਹ ਡਿਲੇ ਹੋਈਆਂ ਆ। ਤੇ ਜਿਹੜਾ ਟੂਰਿਜ਼ਮ ਇੰਡਸਟਰੀ ਹੈ, ਚਾਹੇ ਉਹ ਏਅਰਲਾਈਨ ਇੰਡਸਟਰੀ ਆ, ਦੋਵਾਂ ਨੂੰ ਬੰਦਿਆਂ ਦੀ ਕਮੀ ਮੈਰ ਪੈ ਰਹੀ ਆ ਕਿ ਕੰਮ ਕਰਨ ਵਾਲੇ ਵਰਕਰ ਜਿਹੜਾ ਸਟਾਫ ਆ ਉਹ ਹੀ ਅਵੇਲੇਬਲ ਨਹੀਂ ਆ। ਸੋ ਜਿਹੜਾ ਇਸ ਵੇਲੇ ਇਹ ਏਅਰ ਕੈਨੇਡਾ ਦੀ ਸੂਚਨਾ ਕਿ ਉਹ ਆਪਣੇ ਨੰਬਰ ਆਫ ਫਲਾਈਟਸ ਨੂੰ ਘਟਾ ਰਿਹਾ, ਰਿਡਿਊਸ ਕਰ ਰਿਹਾ, ਜਿਹਦੇ ਫਰੀਕੁਐਂਸੀ ਵੀ ਕੁਝ ਫਲਾਈਟਾਂ ਦੀ ਘਟਾਈ ਜਾ ਰਹੀ ਆ। ਜਿਹੜੇ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਆ, ਉੱਥੇ ਬਹੁਤ ਸਾਰੇ ਪਿਛਲੇ ਦਿਨਾਂ ਦੇ ਵਿੱਚ ਇਸ਼ੂ ਆਏ ਸੀ, ਵੀਡੀਓ ਸਰਕੂਲੇਟ ਹੋ ਰਹੀਆਂ ਸੋਸ਼ਲ ਮੀਡੀਆ ਦੇ ਉੱਤੇ, ਜਿੱਥੇ ਹਜ਼ਾਰਾਂ ਹੀ ਲੋਕ ਜਿਹੜੇ ਆ ਲਗੇਜ ਨੂੰ ਉੱਥੇ ਮਤਲਬ ਢੇਰ ਲੱਗੇ ਪਏ ਆ, ਤੇ ਉਹ ਕਲੇਮ ਏਰੀਆ ਦੇ ਵਿੱਚ ਉਡੀਕ ਕਰ ਰਿਹਾ ਵੀ ਕਦੋਂ ਸਾਡਾ ਸਮਾਨ ਆਉਂਦਾ। ਲੋਕ ਦੱਸ ਰਹੇ ਆ ਕਿ ਉਹਨਾਂ ਦਾ ਸਮਾਨ ਗੁਆਚ ਬਹੁਤ ਰਿਹਾ ਆ। ਕੋਈ ਵੀ ਜ਼ਰੂਰੀ ਸਮਾਨ ਜਿਹੜਾ ਉਹਦੇ ਵਿੱਚ ਲਗੇਜ ਦੇ ਵਿੱਚ ਕਿਸੇ ਦਾ ਹੁੰਦਾ, ਉਹਦੇ ਕਰਕੇ ਸਮੱਸਿਆ ਆ ਰਹੀ ਹੈ। ਜਿਹੜੇ ਟਰਾਂਸਪੋਰਟ ਮਿਨਿਸਟਰ ਨੇ ਉਮਰ ਅਲ ਗਾਬਰਾ, ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਸੀ ਕਿ ਸਾਨੂੰ ਪਤਾ ਹੈ ਕਿ ਇਸ ਵੇਲੇ ਹੋਰ ਸੋਰਸਿਸ ਐਡ ਕਰਨੇ ਚਾਹੀਦੇ ਆ ਇਸ ਇਸ਼ੂ ਨੂੰ ਐਡਰੈਸ ਕਰਨ ਦੇ ਲਈ, ਤੇ ਉਹ ਕਹਿੰਦੇ ਅਸੀਂ ਇਹ ਐਡਰੈਸ ਇਹਨੂੰ ਕਰ ਰਹੇ ਹਾਂ, ਹੋਰ ਸੋਰਸਿਸ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ।
ਪਰ ਇੱਕ ਖਾਸ ਗੱਲ ਕਿ 에ਅਰ ਕੈਨੇਡਾ ਨੇ ਜੁਲਾਈ ਤੇ ਅਗਸਤ ਦੇ ਵਿੱਚ ਆਪਣੀਆਂ ਫਲਾਈਟਾਂ ਘਟਾਉਣ ਦਾ ਫੈਸਲਾ ਕਰ ਰਿਹਾ। ਜੇ ਤੁਸੀਂ ਟਰੈਵਲ ਦੇ ਲਈ ਕਿਤੇ ਵੀ ਬੁੱਕ ਕੀਤਾ ਤਾਂ ਡਬਲ ਚੈੱਕ ਜ਼ਰੂਰ ਕਰ ਲਿਆ ਜਾਵੇ। ਇਸ ਸਮਰ ਦੇ ਵਿੱਚ ਕੈਨੇਡਾ ਦੇ ਵਿੱਚ ਹੜਤਾਲਾਂ ਹੋ ਸਕਦੀਆਂ। ਬਹੁਤ ਸਾਰੇ ਜਿਹੜੀਆਂ ਲੇਬਰ ਯੂਨੀਅਨਸ ਨੇ ਉਹ ਸਟ੍ਰਾਈਕ ਦੇ ਉੱਤੇ ਜਾ ਸਕਦੀਆਂ। ਮਾਮਲਾ ਬੜਾ ਸਿੱਧਾ ਜਿਹਾ ਆ, ਕਾਸਟ ਆਫ ਲਿਵਿੰਗ ਵੱਧ ਗਈ ਆ, ਤਨਖਾਹਾਂ ਨਹੀਂ ਵਧੀਆਂ। ਹਾਲਤ ਉਹੀ ਆ ਲੋਕਾਂ ਦਾ। ਪਿਛਲੇ 2 ਸਾਲਾਂ ਦੇ ਵਿੱਚ ਪੈਂਡੈਮਿਕ ਦੇ ਵਿੱਚ ਯੂਨੀਅਨਾਂ ਇਹ ਕਹਿ ਰਹੀਆਂ ਕਿ ਜਿੰਨੀ ਜ਼ਿਆਦਾ ਹੁਣ ਮਹਿੰਗਾਈ ਵੱਧ ਰਹੀ ਆ, ਤਨਖਾਹਾਂ ਉਸ ਤਰੀਕੇ ਦੇ ਨਾਲ ਨਹੀਂ ਵੱਧ ਰਹੀਆਂ। ਕਈ ਹਜ਼ਾਰਾਂ ਹੈਲਥ ਤੇ ਐਜੂਕੇਸ਼ਨ ਵਰਕਰਸ ਉਹਨਾਂ ਦੇ ਵਿੱਚ ਆਉਂਦੇ ਆ ਜਿਨ੍ਹਾਂ ਦੇ ਇੰਪਲੋਇਰ ਹਜੇ ਵੀ ਉਹਨਾਂ ਦੇ ਨਾਲ ਟੇਬਲ ਦੇ ਉੱਤੇ ਬੈਠ ਕੇ ਬਾਰਗੇਨ ਕਰ ਰਹੇ ਆ ਆਉਣ ਵਾਲੇ ਮਹੀਨਿਆਂ ਦੇ ਵਿੱਚ, ਜਿਹਦੇ ਵਿੱਚ ਟਰਾਂਸਪੋਰਟ, ਟ੍ਰੇਡ, ਫੂਡ, ਰਿਟੇਲ ਤੇ ਹੋਰ ਸੈਕਟਰ ਵੀ ਹੋਣਗੇ। ਤੇ ਬਹੁਤ ਸੰਭਾਵਨਾ ਆ ਕਿ ਜਿਹੜੇ ਇੰਪਲੋਇਰ ਨੇ ਉਹ ਇਸ ਗੱਲ ਦੇ ਉੱਤੇ ਸਹਿਮਤ ਨਾ ਹੋਣ ਜਿੰਨੀਆਂ ਤਨਖਾਹਾਂ ਦੀ ਯੂਨੀਅਨ ਮੰਗ ਕਰ ਰਹੀ ਆ, ਤੇ ਮਾਮਲਾ ਫਿਰ ਸਿੱਧਾ ਸਿੱਧਾ ਹੜਤਾਲ ਦੇ ਉੱਤੇ ਚਲੇ ਜਾਵੇ। ਮਹਿੰਗਾਈ 7.7% ਦੇ ਉੱਤੇ ਪਹੁੰਚ ਗਈ ਹੈ। ਯੂਨੀਅਨ ਤੇ ਲੇਬਰ ਐਕਸਪਰਟ ਇਸ ਵੇਲੇ ਦੱਸਦੇ ਆ ਕਿ ਜਿਹੜੇ ਵਰਕਰ ਨੇ ਉਹ ਆਪਣੀ ਐਨੂਅਲ ਪੇ ਰੇਜ਼ ਜਿਹੜਾ 1 ਜਾਂ 1.5% ਹੁੰਦਾ ਆ, ਉਹਨੂੰ 1 ਜਾਂ 2 ਸਾਲ ਦੇ ਵਿੱਚ ਉਹ ਐਕਸੈਪਟ ਕਰਦੇ ਆ। ਉਹਦੇ ਨਾਲ ਗੱਲ ਬਣ ਨਹੀਂ ਰਹੀ। ਜਿਹੜੀ ਇਸ ਵੇਲੇ ਉਹ ਕਹਿੰਦੇ ਲੇਬਰ ਅਨਰੈਸਟ ਇਸ ਸਮਰ ਦੇ ਵਿੱਚ ਹੋ ਸਕਦੀ ਹੈ ਪੂਰੇ ਕੈਨੇਡਾ ਦੇ ਵਿੱਚ। ਇਹਦੇ ਬਾਰੇ ਉਹ ਕਹਿੰਦੇ ਕੋਈ ਸਵਾਲ ਹੀ ਨਹੀਂ ਆ। ਜਿਹੜੇ ਲੇਬਰ ਸਟੱਡੀਜ਼ ਦੇ ਕੁਝ ਪ੍ਰੋਫੈਸਰ ਨੇ ਉਹ ਇਹ ਦੱਸ ਰਹੇ ਆ ਕਿ ਕਾਸਟ ਆਫ ਲਿਵਿੰਗ ਕਿਤੇ ਜ਼ਿਆਦਾ ਆ, ਯੂਟਿਲਿਟੀਜ਼ ਕਿਤੇ ਜ਼ਿਆਦਾ ਆ, ਰੈਂਟ ਕਿਤੇ ਜ਼ਿਆਦਾ ਆ, ਜਿਹੜਾ ਫੂਡ ਆ ਉਹਦੀ ਕੀਮਤਾਂ ਕਿਤੇ ਵੱਧ ਚੁੱਕੀਆਂ, ਤੇ ਜਿਹੜੇ ਵੇਜਸ ਆ, ਜਿਹੜੀ ਤਨਖਾਹ ਆ, ਜਿਹੜੀ ਪਰ ਆਵਰ ਤਨਖਾਹ ਆ, ਉਹ ਉਨੀ ਨਹੀਂ ਆ ਕਿ ਉਹਨਾਂ ਦੇ ਬਰਾਬਰ ਹੋ ਸਕੇ। ਸੋ ਇਸ ਕਰਕੇ ਜਿਹੜੀ ਬਹੁਤ ਜ਼ਿਆਦਾ ਗੁੱਸਾ ਆ ਇਹਨਾਂ ਵਰਕਰਸ ਦੇ ਵਿੱਚ, ਇਹਨਾਂ ਯੂਨੀਅਨਸ ਦੇ ਵਿੱਚ। ਬਹੁਤ ਸਾਰੇ ਪਹਿਲਾਂ ਹੀ ਪਿਕਟ ਲਾਈਨ ਦੇ ਉੱਤੇ ਹੈਗੇ ਆ, ਉਹਨਾਂ ਨੇ ਪਿਕਟ ਲਾਈਨ ਲੈ ਲਈ ਆ। CN ਰੇਲ ਨੇ ਪਹਿਲਾਂ ਇਹ ਵੀ ਆਪਾਂ ਗੱਲਬਾਤ ਪਿਛਲੇ ਦਿਨਾਂ ਦੇ ਵਿੱਚ ਕੀਤੀ ਆ, ਚਾਹੇ ਉਹ ਜਿਹੜੀ ਹੋਰ ਥਾਵਾਂ ਸੀਗੀਆਂ, ਮੌਂਟਰੀਅਲ ਦੀ ਕਸੀਨੋ ਸੀਗੀ ਜਿੱਥੇ 350 ਵਰਕਰ, ਟੋਰਾਂਟੋ ਈ-ਕਾਮਰਸ ਵੇਅਰ ਹਾਊਸ ਦੇ ਵਿੱਚ ਹਡਸਨ ਬੇ ਵਾਲੇ ਦੇ ਵਿੱਚ ਸੀਗੇ। ਇਸੇ ਤਰ੍ਹਾਂ ਹੀ ਜਿਹੜਾ ਅੱਜ ਵੀਰਵਾਰ ਨੂੰ ਉਹ ਜਿਹੜੇ ਵੇਅਰ ਹਾਊਸ ਵਰਕਰਸ ਸੀਗੇ ਉਹਨਾਂ ਨੇ ਟੈਂਟੇਟਿਵ ਡੀਲ HBC ਲੌਜਿਸਟਿਕਸ ਦੇ ਨਾਲ ਹੋਈ ਆ। ਕਈ ਯੂਨੀਅਨ ਦੀਆਂ ਸਟ੍ਰਾਈਕਾਂ ਇਸ ਵੇਲੇ ਆਲਰੇਡੀ ਚੱਲ ਵੀ ਰਹੀਆਂ ਆ, ਪਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੀ ਗਿਣਤੀ ਹੋਰ ਜ਼ਿਆਦਾ ਵੱਧ ਜਾਊਗੀ ਤੇ ਉਹਦਾ ਫਿਰ ਅਸਰ ਲੋਕਾਂ ਦੇ ਉੱਤੇ ਸਿੱਧਾ ਪੈਣ ਦੀ ਆਸ ਆ। ਹਾਲਾਤ ਬਹੁਤ ਸਾਰੇ ਜਿਹੜੇ ਬਦਲ ਚੁੱਕੇ ਆ। ਹਾਲਾਤ ਬਹੁਤ ਸਾਰੇ ਇਸ ਕਰਕੇ ਬਦਲ ਚੁੱਕੇ ਕਿ ਪੈਂਡੈਮਿਕ ਦੇ ਵਿੱਚ ਲੋਕ ਇਕੱਠੇ ਹੀ ਨਹੀਂ ਹੋਏ, ਉਹਨਾਂ ਦੇ ਉੱਤੇ ਵੱਡਾ ਅਸਰ ਪਿਆ। ਉਹਨਾਂ ਦਾ ਕਿੰਨੇ ਵੇਜਸ ਵਧਣੇ ਸੀ, ਕਿੰਨੀ ਮਹਿੰਗਾਈ ਸੀ, ਸਾਰੀਆਂ ਚੀਜ਼ਾਂ ਇੱਕ ਦੂਜੇ ਦੇ ਨਾਲ ਰਲਗੱਡ ਹੋ ਗਈਆਂ। ਪਰ ਹੁਣ ਮੁੱਕਦੀ ਗੱਲ ਇਸ ਵੇਲੇ ਜਿੰਨੀਆਂ ਗੈਸ ਦੀਆਂ ਕੀਮਤਾਂ ਆ, ਜਿੰਨੇ ਕਿਰਾਏ ਵਧੇ ਆ, ਜਿੰਨੀਆਂ ਫੂਡ ਦੀਆਂ ਕੀਮਤਾਂ ਆ, ਉਹ ਸਾਰਾ ਕੁਝ ਦੱਸਦਾ ਆ ਕਿ ਲੋਕਾਂ ਦੀਆਂ ਤਨਖਾਹਾਂ ਉਨੀਆਂ ਨਹੀਂ ਆ। ਜਿਹੜੇ ਬਹੁਤ ਸਾਰੇ ਮੈਂਬਰ ਨੇ BC ਜਨਰਲ ਇੰਪਲੋਈ ਯੂਨੀਅਨ ਦੇ, ਜਿਨ੍ਹਾਂ ਦੇ ਵਿੱਚ ਵਾਈਲਡ ਫਾਇਰ ਫਾਈਟਰਸ ਵੀ ਨੇ, ਸੋਸ਼ਲ ਵਰਕਰ ਨੇ, ਕਰੈਕਸ਼ਨਲ ਆਫਿਸਰਸ ਵੀ ਨੇ, ਲਿਕਰ ਤੇ ਕੈਨਵਸ ਵਰਕਰ ਨੇ, ਉਹਨਾਂ ਨੇ ਸਟ੍ਰਾਈਕ ਐਕਸ਼ਨ ਦੇ ਹੱਕ ਵਿੱਚ ਪਿਛਲੇ ਦਿਨਾਂ ਦੇ ਵਿੱਚ ਵੋਟ ਪਾ ਦਿੱਤੀ ਆ। ਤੇ ਜੇ ਉਹਨਾਂ ਨੇ ਵੋਟ ਪਾ ਦਿੱਤੀ ਆ ਤੇ ਸਟ੍ਰਾਈਕ ਤੇ ਵੀ ਚਲੇ ਜਾਣਾ ਆ। ਤੇ ਲੋਕਾਂ ਨੇ ਹੁਣ ਅਸਲ ਦੇ ਵਿੱਚ ਪੈਂਡੈਮਿਕ ਦੇ ਵਿੱਚ ਬੈਠ ਕੇ ਆਪਣੇ ਆਪ ਨੂੰ ਰੀਵੈਲੂਏਟ ਵੀ ਕੀਤਾ ਆ। ਹਜ਼ਾਰਾਂ ਜਿਹੜੇ ਸੁਪਰਮਾਰਕੀਟ ਵਰਕਰ ਨੇ ontario ਦੇ ਵਿੱਚ, ਉਹਨਾਂ ਦੇ ਕਲੈਕਟਿਵ ਐਗਰੀਮੈਂਟਸ ਨੇ। ਸਸਕਾਚਵਿਨ ਤੇ ਮੈਨੀਟੋਬਾ ਦੇ ਵਿੱਚ ਵੀ ਜਿਹੜਾ ਇਹ ਸਾਰੀਆਂ ਚੀਜ਼ਾਂ ਉਸੇ ਤਰ੍ਹਾਂ ਦੇਖੀਆਂ ਜਾ ਰਹੀਆਂ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕੈਨੇਡਾ ਦੇ ਵਿੱਚ ਸਟ੍ਰਾਈਕ ਜ਼ਿਆਦਾ ਹੋ ਸਕਦੀ ਆ। ਲੋਕਾਂ ਦੇ ਖਰਚੇ ਜ਼ਿਆਦਾ ਨੇ, ਤਨਖਾਹਾਂ ਉਨੀਆਂ ਨਹੀਂ ਆ, ਮਹਿੰਗਾਈ ਬਹੁਤ ਜ਼ਿਆਦਾ ਵੱਧ ਚੁੱਕੀ ਆ ਤੇ ਉਹਦੇ ਨਾਲ ਨੇੜੇ ਤੇੜੇ ਵੀ ਇਹ ਜਿਹੜੇ ਸਟਰਗਲ ਕਰ ਰਹੇ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਉਹਦੇ ਨੇੜੇ ਤੇੜੇ ਜੀਆ ਜਾਵੇ। ਪਰ ਹੁਣ ਇਹਨਾਂ ਵੇਜਸ ਵਧਾਉਣ ਦੇ ਲਈ ਕਾਫੀ ਇਸ ਗੱਲ ਦੇ ਚਾਂਸ ਆ ਕਿ ਸਮਰ ਦੇ ਵਿੱਚ ਹੜਤਾਲਾਂ ਦੇਖਣੀਆਂ ਪੈਣ। ਪਿਛਲੇ ਸਾਲ ਗਰਮੀਆਂ ਦੇ ਵਿੱਚ ਜਿੰਨੀ ਜ਼ਿਆਦਾ ਗਰਮੀ ਪਈ ਸੀ ਉਹਨੇ ਆਪਣੇ ਪੁਰਾਣੇ ਰੈਕਡ ਤੋੜ ਦਿੱਤੇ ਸੀ। ਤੇ ਸਾਲ ਹੋ ਗਿਆ ਲਿਟਨ ਪਿੰਡ ਦੇ ਵਿੱਚ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜੀਆਂ ਕਮਿਊਨਿਟੀ ਸੀਗੀਆਂ ਜਿਨ੍ਹਾਂ ਦਾ ਸਾਰਾ ਕੁਝ ਅੱਗ ਦੀ ਭੇਟ ਚੜ੍ਹ ਗਿਆ ਸੀ, ਉਹਨਾਂ ਨੂੰ ਉੱਥੋਂ ਕੱਢ ਕੇ ਬਾਹਰ ਲੈ ਗਏ ਸੀ। 2 ਵਿਅਕਤੀਆਂ ਦੀ ਮੌਤ ਹੋ ਗਈ ਸੀ। ਪੂਰੇ ਦਾ ਪੂਰਾ ਪਿੰਡ ਤਬਾਹ ਹੋ ਗਿਆ। 1 ਸਾਲ ਬਾਅਦ ਜਦੋਂ ਜਾ ਕੇ ਉੱਥੇ ਦੇਖਦੇ ਹਾਂ ਤਾਂ ਹਾਲਾਤ ਲਗਭਗ ਉਸੇ ਤਰ੍ਹਾਂ ਦੇ ਨਜ਼ਰ ਆਉਂਦੇ ਆ। 250 ਬੰਦਾ ਇੱਥੇ ਸੀਗਾ, ਉਹਨਾਂ ਦਾ ਜਿਹੜਾ ਲੋਕ ਇੱਥੇ ਰਹਿੰਦੇ ਸੀਗੇ। ਤੇ ਹੀਟ ਇੰਨੀ ਜ਼ਿਆਦਾ ਹੋ ਗਈ ਸੀ, ਤੁਹਾਨੂੰ ਯਾਦ ਹੋਊਗਾ ਕਿ 49.6 ਡਿਗਰੀ ਸੈਂਟੀਗ੍ਰੇਡ, ਮਤਲਬ 50 ਡਿਗਰੀ ਦੇ ਨੇੜੇ ਤੇੜੇ ਘਾਹ ਸੁੱਕਾ ਸੀ। ਹਵਾ ਪੂਰੀ ਤਰ੍ਹਾਂ ਜਿਹੜੀ ਸੁੱਕੀ ਸੀ, ਉਹਦੇ ਵਿੱਚ ਨਮੀ ਬਿਲਕੁਲ ਵੀ ਨਹੀਂ ਸੀ। ਤੇ ਕੁਝ ਹੀ ਘੰਟਿਆਂ ਦੇ ਵਿੱਚ ਸਾਰਾ ਟਾਊਨ ਨੂੰ ਇਹਨੂੰ ਅੱਗ ਲੱਗ ਗਈ ਤੇ ਜਿਹੜੇ ਕੁਝ ਸਟਰਕਚਰ ਪਿੱਛੇ ਬਚੇ ਖੁਚੇ ਰਹਿ ਗਏ। ਸਾਲ ਬਾਅਦ ਜਦੋਂ ਜਾ ਕੇ ਦੇਖੋ ਤੇ ਉਹੀ ਕੁਛ ਇਸ ਵੇਲੇ ਵੀ ਉੱਥੇ ਪਿਆ ਆ। ਲੋਕ ਵਾਪਸ ਆਉਣਾ ਚਾਹੁੰਦੇ ਆ ਤੇ ਉੱਥੇ ਆਉਣ ਦੇ ਲਈ
ਉਹਨਾਂ ਨੂੰ ਕਈ ਕੁਛ ਦੇਖਣਾ ਪੈ ਰਿਹਾ ਆ। ਇਲਜ਼ਾਮ ਇਹ ਲਾ ਰਹੇ ਆ ਕਿ ਸਰਕਾਰ ਉਸ ਤਰੀਕੇ ਦੇ ਨਾਲ ਕੰਮ ਨਹੀਂ ਕਰ ਰਹੀ ਜਿਸ ਤਰੀਕੇ ਨਾਲ ਕਰਨਾ ਚਾਹੀਦਾ ਸੀ। ਜਿਹੜੀ ਡਿਵੈਲਪਮੈਂਟ ਆ ਉਹ ਬਹੁਤ ਸਲੋ ਆ ਤੇ ਉਸ ਅੱਗ ਦੀਆਂ ਲਪਟਾਂ ਦੇ ਵਿੱਚ ਤਬਾਹ ਹੋਏ ਪਿੰਡ ਦੇ ਵਾਸੀ ਇਸ ਵੇਲੇ ਜਿਨ੍ਹਾਂ ਦਾ ਲਗਭਗ ਸਾਰਾ ਕੁਛ ਇਹਦੇ ਵਿੱਚ ਗੁਆਚ ਗਿਆ ਸੀ, ਉਹ ਵਾਪਸ ਆਉਣਾ ਚਾਹੁੰਦੇ ਆ। ਉੱਥੇ ਜਿਹੜੀ ਇਹਦੀ ਜਿਹੜੀ ਰੀਬਿਲਡਿੰਗ ਆ ਤੇ ਕਲੀਨ ਅਪ ਆ ਸਾਰਾ ਹੀ ਪਿਛਲੇ ਸਮੇਂ ਦੇ ਵਿੱਚ ਸ਼ੁਰੂ ਹੋਇਆ, ਪਰ ਲੋਕ ਕਹਿ ਰਹੇ ਕਿ ਕਾਫੀ ਜ਼ਿਆਦਾ ਜਿਹੜਾ ਹੌਲੀ ਆ। ਜੋ ਹੋਟਲਾਂ ਦੇ ਵਿੱਚ ਮੋਟਲਾਂ ਦੇ ਵਿੱਚ ਕੈਮਲੂਪਸ ਮੇਰਠ ਤੇ ਉੱਥੇ ਨੇੜੇ ਤੇੜੇ ਰਹਿਣ ਤੋਂ ਬਾਅਦ ਬਹੁਤ ਸਾਰੇ ਲੋਕ ਜਿਹੜੇ ਆ ਵਾਪਸ ਆਪਣੇ ਉਸ ਥਾਂ ਦੇ ਉੱਤੇ ਪਰਤਣਾ ਚਾਹੁੰਦੇ ਆ। ਕਈ ਲੋਕ ਇੱਥੇ 30-30 ਸਾਲ ਤੋਂ ਵੀ ਜ਼ਿਆਦਾ ਸਮਾਂ ਇਸ ਪਿੰਡ ਦੇ ਵਿੱਚ ਰਹੇ ਆ। ਕਿਉਂ ਅੱਗ ਲੱਗੀ ਸੀ, ਬਹੁਤ ਸਾਰੇ ਕਾਰਨਾਂ ਦੇ ਉੱਤੇ ਉਸ ਵੇਲੇ ਗੱਲਬਾਤ ਕੀਤੀ ਗਈ ਕਿ ਕਿਸੇ ਟ੍ਰੇਨ ਦੇ ਵਿੱਚ ਸਪਾਰਕ ਹੋ ਗਿਆ, ਉਹਦੇ ਨਾਲ ਅੱਗ ਲੱਗ ਗਈ। ਉਹਨੂੰ ਵੀ ਬਾਅਦ ਦੇ ਵਿੱਚ ਕਿਹਾ ਗਿਆ ਕਿ ਨਹੀਂ, ਇਹ ਕਾਰਨ ਨਹੀਂ ਸੀ। ਕੁਛ ਵੀ ਹੋਵੇ, ਇਸ ਵੇਲੇ ਜਿਹੜਾ ਕਮਿਊਨਿਟੀ ਨੂੰ ਜਿਹੜੇ ਉੱਥੋਂ ਦੇ ਮੇਅਰ ਨੇ ਲਿਟਨ ਦੇ, ਉਹ ਕਹਿ ਰਹੇ ਆ ਕਿ 8 ਸਾਲ ਲੱਗ ਸਕਦੇ ਆ ਇਹਨੂੰ ਬਿਲਕੁਲ ਪਹਿਲਾਂ ਵਰਗੀ ਹਾਲਤ ਵਿੱਚ ਆਉਣ ਦੇ ਨਹੀਂ। ਪਰ ਲੋਕ ਸਵਾਲ ਕਰ ਰਹੇ ਵੀ ਇਹਨੂੰ ਅਜੇ ਤੱਕ ਸਾਫ਼ ਕਿਉਂ ਨਹੀਂ ਕੀਤਾ ਗਿਆ, ਇਹਨੂੰ ਇੰਨਾ ਸਮਾਂ ਕਿਉਂ ਲੱਗ ਰਿਹਾ ਆ, ਇਹਦੇ ਲਈ ਜ਼ਿੰਮੇਵਾਰ ਕੌਣ ਆ। ਅਸੀਂ ਆਪਣੇ ਘਰ ਵਾਪਸ ਜਾਣਾ ਚਾਹੁੰਦੇ ਆ, ਇਹ ਸਾਰਾ ਕੁਝ ਜਲਦੀ ਠੀਕ ਠਾਕ ਕੀਤਾ ਜਾਵੇ। ਦੋਸਤੋ, ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਕੁਝ ਨਵੀਆਂ ਖਬਰਾਂ ਦੇ ਨਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।